जोन छांड जो जग मह आयो, लागत पवन खसम बिसरायो। जीरा हर के गुना गाओ, रहाओ गर्भ जोन मह उर्ध तप करता। तो जठर अगन मह रहता, लख 84 जोन भ्रम आयो। अब के छुट के ठौर ना ठायो, कहो कबीर अज सारंग पानी। आवत दीस जात ना जानी, कहो कबीर भज सारंग पानी। आवत दीस जात ना जानी। वाहिगुरु जी का खालसा, वाहिगुरु जी की फतेह। पासों हुणे हुणे जो एक शब्द सरवण कीता है, ये पवित्र शब्द भगत कबीर साहब जी की रचना तो उचारण किया होया गौड़ी राग विच श्री गुरु ग्रंथ साहब महाराज जी के पावन अंग 337 ते दर्ज है। सो आओ जितने शरीर गुरु चरना विच बैठे हो, आप इस पावन शब्द नूं विचारण का समझण समझाण का यतन करिए। रोज़ाना की तरह व्याख्या की शुरुआत तो पहला बेनती करांगा, आओ सुरत बिरत गुरु चरना विच जोड़ो। मन की एकाग्रता रसना की पवित्रता लई एक बार सारी संगत बेनती प्रवान करो जी, अते प्यार नाल इकट्ठे हो के उचारण करो। आखो जी सतनाम श्री, फिर आखो जी सतनाम श्री। तो साध संगत अज दे शब्द का सरलेख शीर्षक थोड़ा जिहा समझण वाला है। गौड़ी दे अगे हिंदसे का 9 लिखिया होया है, जिन्हों इंग्लिश च 9 कहिंदे हो। तो ध्यान देना, जे ते गौड़ी दे अगे 9 लिख के विचकार घर पाया हुंदा ते गल स्पष्ट हो जाती भी इहनूं 9वें घर विच गाउणा है। पर हुण उत्थे घर नहीं लिखिया, सिर्फ 9 लिखिया है। तो उसका जो मतलब है वो यही है कि इस शब्द नूं 9वें घर विच गाउणा, क्योंकि तुसी पिछे सारा ये पढ़ के आए हो। घरां दा अपना थां है, किते पड़ताल आ जाएगी, किते राग बदल जाणगे, और किते किते वेखो कैसे कैसे इशारे ने। हुण एक गुरु नानक साहब का शब्द है, एक स्वान दोए स्वानी नाल। हुण वो जिहड़ा पवित्र शब्द है, सुर ते जोर दे के बेनती सुनियो, एक स्वान दोए स्वानी नाल, उन्होंने जेड़े घर विच गाउणा है, एक शब्द कबीर साहब का भी उसे घर विच गाउणा है। उत्थे की लिख दिता, शीर्षक लिख के नाल लिख दिता, एक स्वान कै घर गावना। भाव जिस घर विच गुरु नानक साहब का वो शब्द गायन किया जिहदी स्टार्टिंग एक स्वान दोए स्वानी नाल तो हुंदी है, कबीर का शब्द भी उसे घर दे विच गायन होवेगा। जिहड़ी रबाब, जदों रबाब नाल कीर्तन हुंदा सी, सिरंदे नाल हुंदा सी, तंती साजां नाल हुंदा सी, तो सत संगत उहदे विच घर हुंदे सन।
ਔਰ ਹੋਰ ਮੈਂ ਬੇਨਤੀ ਕਰਾਂ, ਉਹਦੇ ਨਾਲ ਤਬਲੇ ਦੀ ਕੋਈ ਵੱਜਦਾ ਹੈ ਤੇ ਠੀਕ ਹੈ, ਜੇ ਨਹੀਂ ਵੀ ਵੱਜਦਾ ਤੇ ਉਹ ਕਵਰ ਕਰ ਲੈਂਦਾ ਸੀ। ਤੁਸੀਂ ਕਦੀ ਸੁਣਿਆ ਵੀ ਗੁਰੂ ਨਾਨਕ ਦੇ ਨਾਲ ਇੱਕ ਰਬਾਬ ਵਾਲਾ ਤੇ ਇੱਕ ਢੋਲਕੀ ਤਬਲੇ ਵਾਲਾ ਵੱਖਰਾ ਸੀ? ਨਹੀਂ, ਉਹ ਉਹਦੇ ਵਿੱਚ ਹੀ ਘਰ ਹੁੰਦੇ ਨੇ ਔਰ ਉਹ ਕਵਰ ਕਰ ਲੈਂਦਾ ਸੀ। ਅਸਲ ਵਿੱਚ ਇਹ ਜੋ ਸਾਡੇ ਘਰ ਕੀਰਤਨ ਦੀ ਦਾਤ ਹੈ, ਇਹ ਹੈ ਤੰਤੀ ਸਾਜ਼ਾਂ ਦੀ ਹੋਈ। ਆਹਿਸਤਾ ਆਹਿਸਤਾ ਸਲੋਲੀ ਇਹ ਸਾਜ਼ ਬਦਲ ਗਏ, ਥੋੜ੍ਹਾ ਜਿਹਾ ਅਸੀਂ ਵੀ ਆਰਾਮ ਪ੍ਰਸਤ ਹੋ ਗਏ ਔਰ ਚੰਚਲ ਸੁਰਾਂ 'ਚੋਂ ਥੋੜ੍ਹਾ ਜਿਹਾ ਜ਼ਿਆਦਾ ਆਨੰਦ ਲੈਣ ਲੱਗ ਪਏ। ਖੈਰ ਉਹ ਮੇਰਾ ਵਿਸ਼ਾ ਨਹੀਂ, ਪਰ ਇਹ ਗੱਲ ਸਮਝਣ ਵਾਲੀ। ਇੱਕ ਸਧਾਰਨ ਜਗਿਆਸੂ ਪਾਠ ਕਰੇ, ਗੌੜੀ ਦੇ ਅੱਗੇ ਹਿੰਦਸੇ ਦਾ ਨਾਂ ਲਿਖਿਆ ਹੋਵੇ ਤੇ ਉਹ ਕਨਫਿਊਜ਼ ਹੋ ਜਾਏਗਾ ਵੀ ਹੁਣ ਇਹਨੂੰ ਗੌੜੀ ਨੌ ਪੜ੍ਹਾਂ ਕਿ ਗੌੜੀ ਨਾਵਾਂ ਪੜ੍ਹਾਂ। ਤੋ ਇਹਨੂੰ ਗੌੜੀ ਨੌਵਾਂ ਕਹਿਣਾ ਹੈ, ਨੌ ਨਹੀਂ ਕਹਿਣਾ। ਮਤਲਬ ਇਹ ਵੀ ਮੈਨੂੰ ਸਮਝਣ ਲਈ ਇੰਝ ਕਹਿ ਲਓ ਵੀ ਗੌੜੀ ਘਰ ਨੌਵਾਂ। ਇਹ ਕੀਰਤਨ ਵਾਲਿਆਂ ਵਾਸਤੇ ਹਦਾਇਤ ਹੈ, ਹੋਰ ਬਹੁਤ ਲੰਬੀ ਚੌੜੀ ਗੱਲ ਕੋਈ ਨਹੀਂ ਗੀ। ਕੀਰਤਨ ਵਾਲਿਆਂ ਨੂੰ ਇਹ ਦੱਸਿਆ ਗਿਆ ਵੀ ਇਹਨੂੰ ਇਦਾਂ ਗਾਇਨ ਕਰਨਾ ਹੈ। ਹੁਣ ਮੈਂ ਦਰਗਾਹੀ ਬੋਲ ਆਪ ਜੀ ਦੀ ਨਜ਼ਰ ਕਰਾਂ। ਹਜ਼ੂਰ ਭਗਤ ਕਬੀਰ ਸਾਹਿਬ ਮਹਾਰਾਜ ਰਹਾਉ ਵਾਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਨੇ, ਜੀ ਰਾ ਹਰ ਕੇ ਗੁਨਾਹ ਗਾਓ। ਮੈਂ ਅਕਸਰ ਅਰਜ਼ ਕਰਨਾ ਵੀ ਜਿਹੜੀ ਗੁਰਬਾਣੀ ਵਿਆਖਿਆ ਹੈ, ਹੁਣ ਇਹਦੇ ਵਿੱਚ ਢੇਰ ਸਾਰਾ ਗਲੈਮਰ ਆਪਾਂ ਭਾਲਾਂਗੇ ਤੇ ਉਹ ਨਹੀਂ। ਇਹ ਤੇ ਸਾਨੂੰ ਉਚਾਟ ਕਰਦੀ ਏ, ਇਹ ਤੇ ਸਾਨੂੰ ਅਲੂਣੀ ਸਿਲ ਚੱਟਣ ਵਾਸਤੇ ਕਹਿੰਦੀ ਏ। ਮੈਡੀਟੇਸ਼ਨ ਕਰਨਾ ਤੇ ਕੋਈ ਸੌਖਾ ਥੋੜਾ, ਕਿਤੇ ਪਿਕਨਿਕ ਤੇ ਥੋੜਾ ਜਾਣਾ, ਕੋਈ ਇੰਜੋਇਮੈਂਟ ਥੋੜਾ ਕਰਨੀ ਹੈ। ਤੋ ਬੈਠਣਾ ਹੈ, ਮਨ ਨੂੰ ਮਾਰ ਕੇ ਰੀੜ ਦੀ ਹੱਡੀ ਸਿੱਧੀ ਕਰਨੀ ਹੈ, ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰਨਾ ਹੈ, ਮੂਲ ਮੰਤਰ ਦਾ ਉਚਾਰਨ ਕਰਨਾ ਹੈ। ਤੋ ਸ਼ੁਰੂ ਵਿੱਚ ਥੋੜਾ ਡਰਾਈ। ਹੁਣ ਪ੍ਰੇਰਨਾ ਕੀ ਕਰ ਰਹੇ ਨੇ, ਜੀ ਰਾ, ਇਹ ਜੱਜੇ ਨੂੰ ਬਿਹਾਰੀ, ਐੜਾ ਰਾਰਾ ਕੰਨਾ। ਤੋ ਕਈ ਵਾਰ ਸਾਡੇ ਵੀਰ ਉਚਾਰਨ ਕਰਦੇ ਨੇ ਜੀ ਰਾ, ਤੋ ਨਹੀਂ, ਉਹ ਬਿਲਕੁਲ ਐੜਾ ਉਹਦੇ ਵਿੱਚ ਲੱਗੇ ਹੀ ਨਾ, ਉਹ ਵੀ ਰੌਂਗ ਹੈ। ਪਰ ਬਹੁਤ ਜ਼ਿਆਦਾ ਆਇੜੇ ਦੇ ਉੱਤੇ ਹੀ ਜ਼ੋਰ ਦੇ ਦੇਣਾ, ਉਹ ਵੀ ਰੌਂਗ ਹੋ ਜਾਂਦਾ ਹੈ। ਜੀ ਰਾ ਹਰ ਕੇ ਗੁਨਾਹ ਗਾਓ, ਹੇ ਮੇਰੀਏ ਜਿੰਦੇ ਤੂੰ ਪ੍ਰਭੂ ਦੇ ਗੁਣ ਗਾ। ਬੜੀਆਂ ਥਾਵਾਂ ਤੇ ਮਹਾਰਾਜ ਅੰਮ੍ਰਿਤ ਬਾਣੀ ਵਿੱਚ ਪ੍ਰਭੂ ਦੇ ਗੁਣ ਗਾਉਣ ਦੀ ਸਾਨੂੰ ਹਦਾਇਤ ਕਰਦੇ ਨੇ, ਜਾਂ ਦੂਜੇ ਸ਼ਬਦਾਂ 'ਚ ਕਹੋ ਸਿਫਤ ਸਲਾਹ ਕਰਨ ਦੀ ਹਦਾਇਤ ਕਰਦੇ ਨੇ, ਜਾਂ ਕਹੀਏ ਸਿਮਰਨ ਕਰਨ ਦੀ ਹਦਾਇਤ ਕਰਦੇ ਨੇ। ਹਜ਼ੂਰ ਗੁਰੂ ਨਾਨਕ ਸਾਹਿਬ ਦਾ ਪਾਵਨ ਪ੍ਰਕਾਸ਼ ਦਿਵਸ ਨਿਕਟ ਭਵਿੱਖ ਵਿੱਚ ਆ ਰਿਹਾ ਹੈ। 19 ਨਵੰਬਰ ਨੂੰ ਹਜ਼ੂਰ ਦਾ ਪਾਵਨ ਪ੍ਰਕਾਸ਼ ਦਿਵਸ ਹੈ ਔਰ ਵਿਸ਼ਵ ਭਰ ਦੇ ਵਿੱਚ ਬੜੇ ਧੂਮ-ਧਾਮ ਨਾਲ ਇਹ ਪੁਰਬ ਜਿਹੜਾ ਹੈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਮਨਾਉਂਦੀਆਂ ਨੇ। ਤੋ ਆਪ ਜੀ ਛੋਟੇ ਜਿਹੇ ਸਨ ਸਰੀਰ ਕਰਕੇ, ਉਂਝ ਤੇ ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹ ਛੋਟਾ ਨਹੀਂ। ਪਰ ਮੈਂ ਗੁਸਤਾਖੀ ਇਹ ਕੀਤੀ ਹੈ ਕਿ ਸਰੀਰ ਕਰਕੇ ਹਜ਼ੂਰ, ਆਕਾਰ ਕਰਕੇ, ਸਰੀਰਕ ਉਮਰ ਕਰਕੇ ਛੋਟੇ ਸਨ। ਮੈਂ ਜੀ ਰਾ ਹਰ ਕੇ ਗੁਨਾਹ ਗਾਓ ਨੂੰ ਐਕਸਪਲੇਨ ਕਰਨ ਲੱਗਾ ਆਪ ਜੀ ਤੋਂ ਆਗਿਆ ਲੈ ਕੇ। ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਹਜ਼ੂਰ ਨੂੰ ਪੜ੍ਹਨੇ ਪਾਣ ਦਾ ਮਨ ਬਣਿਆ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਹੈ ਬਈ ਇੱਕ ਦਿਨ ਹਜ਼ੂਰ ਨੂੰ ਖੇਡਦਿਆਂ ਵੇਖ ਕੇ ਮੈਂ ਤਾਂ ਕਲਿਆਣ ਦਾਸ ਦੇ ਮਨ ਵਿੱਚ ਵਿਚਾਰ ਆਈ ਵੀ ਸਿਆਣੇ ਕਹਿੰਦੇ ਨੇ ਵੀ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵਿਦਿਆ ਨਹੀਂ ਦਿਵਾਉਂਦੇ, ਉਹ ਇੱਕ ਕਿਸਮ ਦੇ ਆਪਣੇ ਸੰਤਾਨ ਦੇ, ਆਪਣੇ ਬੱਚਿਆਂ ਦੇ ਉਹ ਇਨਡਾਇਰੈਕਟ ਦੁਸ਼ਮਣ ਹੀ ਹੁੰਦੇ ਨੇ। ਔਰ ਗੱਲ ਵੀ ਸਹੀ ਹੈ। ਤੁਸੀਂ ਦੇਖੋ, ਐਜੂਕੇਸ਼ਨ ਇੱਕ ਇਸ ਤਰ੍ਹਾਂ ਦੀ ਪ੍ਰੋਪਰਟੀ ਹੈ ਜਿਹਦੇ ਸੰਬੰਧ 'ਚ ਕੋਈ ਕੋਰਟ 'ਚ ਕੇਸ ਨਹੀਂ ਕਰ ਸਕਦਾ, ਕੋਈ ਚੋਰੀ ਨਹੀਂ ਕਰ ਸਕਦਾ, ਕੋਈ ਡਾਕਾ ਨਹੀਂ ਮਾਰ ਸਕਦਾ, ਇੱਕ ਜ਼ਾਈ ਨਹੀਂ ਹੁੰਦੀ, ਕੋਈ ਫਲੱਡ ਆ ਜਾਏ ਤੇ ਹੜ ਕੇ ਨਹੀਂ ਜਾਂਦੀ, ਅੱਗ ਲੱਗ ਜਾਏ ਤੇ ਸੜਦੀ ਕੋ ਨਹੀਂ ਗੀ, ਡਿਗਰੀ ਸੜ ਵੀ ਜਾਏ ਤੇ ਦੁਬਾਰਾ ਉਹਦੀ ਨਕਲ ਨਿਕਲ ਜਾਂਦੀ ਹੈ। ਤੋ ਬੜੀ ਵਧੀਆ ਇੱਕ ਦਾਤ ਪ੍ਰਮਾਤਮਾ ਨੇ ਸਾਨੂੰ ਦਿੱਤੀ ਐਜੂਕੇਸ਼ਨ ਦੀ, ਵਿਦਿਆ ਦੀ। ਤੋ ਕਹਿੰਦੇ ਨੇ ਮੈਂ ਤਾਂ ਕਲਿਆਣ ਦਾਸ ਜੀ ਦੇ ਮਨ ਵਿੱਚ ਵਿਚਾਰ ਆਈ, ਉੱਥੇ ਲਿਖਿਆ ਵੀ ਬਹੁ ਗੁਣੀ ਅਲਾਵੇਂ, ਸਿਆਣੇ ਲੋਕ ਕਹਿੰਦੇ ਨੇ ਸੁੱਤ ਨਾ ਪੜਾਵੇਂ ਸੋ ਸ਼ਤਰੂ ਸਮਤਾਤ। ਜਿਹੜੇ ਲੋਕ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ, ਹੁਣ ਦੇਖੋ ਇੱਥੇ ਮੈਂ ਅਰਜ਼ ਕਰਦਿਆਂ ਕਈ ਵਾਰਾਂ ਪ੍ਰਸਥਿਤੀਆਂ ਨਹੀਂ ਹੁੰਦੀਆਂ, ਬੰਦਾ ਅਫੋਰਡ ਨਹੀਂ ਕਰਦਾ, ਹੁਣ ਉਹ ਸ਼ਤਰੂ ਨਹੀਂ ਹੈ, ਉਹ ਦੁਸ਼ਮਣ ਨਹੀਂ ਹੈ ਆਪਣੇ ਬੱਚਿਆਂ ਦਾ, ਉਹਦੀ ਮਜਬੂਰੀ ਹੈ। ਧੰਨ ਗੁਰੂ ਰਾਮਦਾਸ ਦਾ ਜੀਵਨ ਪੜ੍ਹੋ, ਉਹਨਾਂ ਨੂੰ ਕਿੰਨੇ ਸਕੂਲ ਵਿੱਚ ਭੇਜਿਆ। ਗੁਰੂ ਨਾਨਕ ਸਾਹਿਬ ਬਾਰੇ ਤੇ ਅਸੀਂ ਸੁਣਨੇ ਹਾਂ ਵੀ ਮੁਲਾਣੇ ਕੋਲ ਭੇਜਿਆ,
ਪਾਂਧੇ ਕੋਲ ਭੇਜਿਆ, ਸੰਸਕ੍ਰਿਤ ਦੇ ਅਧਿਆਪਕ ਕੋਲ ਭੇਜਿਆ, ਮੈਥਮੈਟਿਕਸ ਵਾਲੇ ਹਰਦਿਆਲ ਕੋਲ ਭੇਜਿਆ। ਸਾਰੇ ਅਧਿਆਪਕਾਂ ਦਾ ਹਿਸਟਰੀ ਵਿੱਚ ਜ਼ਿਕਰ ਹੈ, ਮੈਂਸ਼ਨ ਹੈ। ਪਰ ਜਦੋਂ ਧੰਨ ਗੁਰੂ ਰਾਮਦਾਸ ਦਾ ਅਸੀਂ ਜੀਵਨ ਪੜ੍ਹਨੇ ਆ ਤੇ ਉਹਨਾਂ ਦਾ ਕਿਸੇ ਸਕੂਲ ਵਿੱਚ ਮੈਂਸ਼ਨ ਨਹੀਂ। ਹੁਣ ਅਸੀਂ ਕਿਹਨੂੰ ਦੋਸ਼ ਦਿਆਂਗੇ? ਮਾਂ ਨੂੰ ਦੋਸ਼ ਦਿਆਂਗੇ ਕਿ ਪਿਤਾ ਨੂੰ ਦਿਆਂ? ਨਾ ਮਾਂ ਹੈ ਨਾ ਪਿਓ ਹੈ, ਪਰਮਾਨੈਂਟ ਇਨਕਮ ਸੋਰਸ ਕੋਈ ਨਹੀਂਗਾ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਬਾਪੂ ਕਲਿਆਣ ਦਾਸ ਜੀ, ਮਹਿਤਾ ਕਲਿਆਣ ਦਾਸ ਜੀ ਕਹਿੰਦੇ ਨੇ, ਬਹੁ ਗੁਣੀ ਅਲਾਵੈ ਸੁਤ ਨਾ ਪੜਾਵੈ ਸੋ ਸ਼ਤਰੂ ਸਮਤਾਤ। ਭਾਵ ਸਪਸ਼ਟ ਨੇ, ਨਹਿ ਸ਼ੋਭਾ ਪਾਊ ਨਾ ਦਰਬ ਖਟਾਊ। ਅਨਪੜ੍ਹ ਬੰਦੇ ਨੂੰ ਨਾ ਤੇ ਯੋਗ ਮਾਨ ਮਿਲਦਾ ਹੈ, ਨਾ ਹੀ ਉਹ ਯੋਗ ਧਨ ਕਮਾ ਸਕਦਾ ਹੈ। ਇੱਕ ਪੜ੍ਹੇ ਲਿਖੇ ਦੇ ਮੁਕਾਬਲੇ ਇੱਕ ਅਨਪੜ੍ਹ ਵਿਅਕਤੀ ਉਤਨੀ ਉਜ਼ਰ ਨਹੀਂ ਪ੍ਰਾਪਤ ਕਰ ਸਕਦਾ। ਇਹ ਵੀ ਸੱਚਾਈ ਹੈ। ਨੈ ਸ਼ੋਭਾ ਪਾਊ ਦਰਬ ਖਟਾਊ ਜੱਗ ਮੈਂ ਇਹ ਬਖਿਆਤ। ਔਰ ਉਹਨਾਂ ਜ਼ਮਾਨਿਆਂ 'ਚ ਇਹ ਰਿਵਾਜ਼ ਹੁੰਦਾ ਸੀ ਵੀ ਜਦੋਂ ਬੱਚੇ ਨੂੰ ਪੜ੍ਹਨੇ ਪਾਣਾ ਨਾ, ਤੇ ਬੜੇ ਵਾਜੇ ਗਾਜੇ ਦੇ ਨਾਲ ਕੁਝ ਵਸਤੂਆਂ ਲੈ ਕੇ ਉਸਤਾਦ ਦੇ ਕੋਲ, ਅਧਿਆਪਕ ਕੋਲ ਭਾਵਨਾ ਨਾਲ ਜਾਣਾ। ਤੋ ਇਸੇ ਤਰ੍ਹਾਂ ਭਾਵਨਾ ਨਾਲ ਅਧਿਆਪਕ ਕੋਲ ਪੜ੍ਹਨੇ ਪਾਇਆ। ਇਤਿਹਾਸ ਕਹਿੰਦਾ ਵੀ ਦੱਸਣ ਥੋੜਾ ਤੇ ਹਜ਼ੂਰ ਸਮਝਣ ਜ਼ਿਆਦਾ। ਇਹ ਪਿਆਰਿਓ ਤਿੰਨ ਤਰ੍ਹਾਂ ਦੀ ਬੁੱਧੀ ਹੁੰਦੀ ਹੈ। ਇੱਕ ਗੱਦਾ ਬੁੱਧੀ ਹੈ, ਦੂਸਰੀ ਚਮੜਾ ਬੁੱਧੀ ਹੈ, ਔਰ ਤੀਸਰੀ ਤੇਲੀਆ ਬੁੱਧੀ ਹੈ। ਤੁਸੀਂ ਦੇਖਦੇ ਹੋ ਵੀ ਬੱਚੇ ਇੱਕੋ ਸਕੂਲ ਵਿੱਚੋਂ, ਇੱਕੋ ਅਧਿਆਪਕ ਕੋਲੋਂ, ਇੱਕੋ ਵਾਤਾਵਰਨ ਵਿੱਚੋਂ ਪੜ੍ਹੇ ਹੋਏ ਕੁਝ ਜਿਹੜੇ ਨੇ ਉਹ ਬਹੁਤ ਕਮਾਲ ਕਰ ਜਾਂਦੇ ਨੇ, ਕੁਝ ਨਹੀਂ ਕਰ ਪਾਉਂਦੇ। ਹੁਣ ਵਾਤਾਵਰਨ ਤੇ ਸਾਰਿਆਂ ਨੂੰ ਇੱਕੋ ਜਿਹਾ ਮਿਲਦਾ ਹੈ, ਪਰ ਕਈ ਵਾਰਾਂ ਬੱਚੇ ਦੀ ਆਪਣੀ ਬੁੱਧੀ ਉਨੀ ਨਹੀਂ ਹੁੰਦੀ। ਔਰ ਇਹ ਵੀ ਬੱਚੇ ਦੇ ਵੱਸ ਨਹੀਂ। ਇਹ ਵੀ ਜਿਵੇਂ ਜਿਵੇਂ ਨਿਰੰਕਾਰ ਨੇ ਕਿਸੇ ਨੂੰ ਬੁੱਧੀ ਦੇ ਕੇ ਸੰਸਾਰ ਤੇ ਭੇਜਿਆ। ਤੋ ਕਹਿੰਦੇ ਨੇ ਵੀ ਗੱਦਾ ਬੁੱਧੀ, ਤੁਸੀਂ ਕਦੀ ਦੇਖਿਆ ਆਪਣੇ ਸੀਟਾਂ ਤੇ ਬੈਠਦੇ ਹੋ ਬੱਸਾਂ ਵਿੱਚ, ਟ੍ਰੇਨਾਂ ਵਿੱਚ, ਤੇ ਉਹਨਾਂ ਦੇ ਥੱਲੇ ਇੱਕ ਫੋਮ ਜਿਹਾ ਹੁੰਦਾ ਹੈ। ਤੁਸੀਂ ਸਿਲਾਈ ਲੈ ਕੇ ਨਾ ਦਸਤਾਰ ਠੀਕ ਕਰਨ ਵਾਲੀ ਉਹਦੇ 'ਚ ਖੋਭੋ, ਤਾਂ ਜਦੋਂ ਤੁਸੀਂ ਖੋਭੋਗੇ ਉਹ ਖੁੱਭ ਜਾਏਗੀ, ਉਹਦੇ ਵਿੱਚ ਉਨੀ ਜਗ੍ਹਾ ਬਣ ਜਾਏਗੀ। ਪਰ ਜਦੋਂ ਤੁਸੀਂ ਉਹਨੂੰ ਚੱਕੋਗੇ ਨਾ, ਉਹ ਗੱਦਾ ਫਿਰ ਜੈਸਾ ਪਹਿਲਾਂ ਸੀ ਵੈਸਾ ਹੀ ਹੋ ਜਾਏਗਾ। ਤੋ ਕੁਝ ਲੋਕਾਂ ਦੀ ਬੁੱਧੀ ਵੀ ਜਿੰਨਾ ਕੁ ਚਿਰ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਕੁ ਚਿਰ ਥੋੜਾ ਜਿਹਾ ਅਸਰ ਹੁੰਦਾ ਹੈ। ਜਿਵੇਂ ਗੱਲਬਾਤ ਬੰਦ ਹੋਈ ਉਹ ਫਿਰ ਪਹਿਲਾਂ ਵਾਲੀ ਅਵਸਥਾ 'ਚ ਹੀ ਆ ਜਾਂਦੇ ਨੇ। ਇਹਨੂੰ ਕਹਿੰਦੇ ਗੱਦਾ ਬੁੱਧੀ। ਹੁਣ ਗੱਲ ਆਉਂਦੀ ਹੈ ਚਮੜਾ ਬੁੱਧੀ ਦੀ। ਤੁਸੀਂ ਕਦੀ ਚਮੜੇ ਦਾ ਕੰਮ ਕਰਨ ਵਾਲੇ ਵੀਰਾਂ ਨੂੰ, ਜਿਹੜੇ ਜੁੱਤੀਆਂ ਦੀ ਮੁਰੰਮਤ ਕਰਦੇ ਨੇ ਜਾਂ ਨਵੇਂ ਜੋੜੇ ਬਣਾਉਂਦੇ ਨੇ, ਉਹਨਾਂ ਨੂੰ ਵੇਖੋ, ਉਹਨਾਂ ਕੋਲ ਇੱਕ ਆਰ ਹੁੰਦੀ ਹੈ ਲੋਹੇ ਦੀ। ਉਸ ਆਰ ਦੀ ਜਿਹੜੀ ਮੋਟਾਈ ਹੈ ਬਹੁਤ ਜ਼ਿਆਦੀ ਨਹੀਂ ਹੁੰਦੀ, ਪਰ ਆਖਰ ਹੁੰਦੀ ਹੈ। ਵਜੂਦ ਤੇ ਉਹਦਾ ਹੈ ਨਾ, ਸੂਈ ਥੋੜਾ ਹੈ ਨਾ, ਉਹ ਖੰਦੂਈ ਹੈ ਨਾ। ਤੋ ਕਮ ਸੇ ਕਮ ਉਹ ਬੋਰੀਆਂ ਸਿਉਣ ਵਾਲੇ ਸੂਏ ਟਾਈਪ ਤੇ ਹੁੰਦਾ ਹੀ ਹੈ। ਹੁਣ ਉਹਨੂੰ, ਉਹਦਾ ਤੁਸੀਂ ਆਕਾਰ ਵੇਖੋ, ਉਹਨੂੰ ਉਹਦੇ ਵਿੱਚੋਂ ਖੋਭਦਾ ਹੈ, ਉਹਦੇ ਅਗਲੇ ਪਾਸੇ ਕੱਟ ਲੱਗਾ ਹੈ, ਉਹਦੇ ਵਿੱਚ ਧਾਗੇ ਨੂੰ ਫਸਾ ਕੇ ਫਿਰ ਪਿੱਛੇ ਖਿੱਚਣਾ ਹੈ। ਕਮ ਸੇ ਕਮ ਧਾਗੇ ਦੇ ਆਕਾਰ ਨਾਲੋਂ ਆਰ ਦਾ ਆਕਾਰ ਮੋਟਾ ਹੁੰਦਾ ਹੈ। ਪੁੱਛੀਏ ਵੀ ਮੋਟਾ ਕਿਉਂ ਰੱਖਿਆ, ਧਾਗੇ ਜਿੰਨਾ ਹੀ ਕਿਉਂ ਨਹੀਂ ਰੱਖਿਆ? ਉਹ ਕਹਿੰਦੇ ਇਸ ਕਰਕੇ ਵੀ ਜਦੋਂ ਇਹਨੂੰ ਖੋਭਣਾ ਹੈ ਉਦੋਂ ਇਹ ਸੁਰਾਖ ਜ਼ਿਆਦਾ ਕਰਦਾ ਹੈ, ਔਰ ਜਿਵੇਂ ਹੀ ਧਾਗੇ ਨੂੰ ਉਡਾ ਕੇ ਪਿੱਛੇ ਖਿੱਚਣਾ ਫਿਰ ਉਹ ਸੁਰਾਖ ਘਟ ਜਾਂਦਾ ਹੈ, ਇਸ ਕਰਕੇ ਧਾਗਾ ਵੀ ਕੱਢਣਾ ਹੁੰਦਾ ਹੈ। ਯਾਨੀ ਚਮੜਾ ਬੁੱਧੀ ਜ਼ਿਆਦਾ ਦੱਸਣਾ ਤੇ ਅਸਰ ਥੋੜਾ ਹੋਣਾ, ਇਹਨੂੰ ਚਮੜਾ ਬੁੱਧੀ ਕਹਿੰਦੇ ਨੇ। ਹੁਣ ਤੀਸਰੀ ਬੁੱਧੀ ਹੈ ਤੇਲੀਆ ਬੁੱਧੀ। ਤੁਸੀਂ ਕਿਤੇ ਟੱਬ ਭਰ ਕੇ ਪਾਣੀ ਦਾ ਇਸ਼ਨਾਨ ਕਰ ਰਹੇ ਹੋ, ਬਾਥਰੂਮ 'ਚ ਕੋਲ ਕੋਈ ਤੇਲ ਰੱਖਿਆ ਹੋਇਆ, ਮੰਨ ਲਿਆ ਸਰੋਂ ਦਾ ਤੇਲ ਹੀ ਰੱਖਿਆ ਹੈ, ਔਰ ਉਹ ਤੁਸੀਂ ਹੱਥ ਦੇ ਉੱਤੇ ਪਾ ਕੇ ਆਪਣੇ ਸਰੀਰ ਤੇ ਲਾਣਾ ਹੈ। ਇੱਕ ਬੂੰਦ ਟੱਬ ਦੇ ਵਿੱਚ ਡੁੱਲ ਜਾਏ, ਡਿੱਗ ਪਵੇ, ਤੇ ਉਹ ਸਾਰੇ ਟੱਬ ਦੇ ਉੱਤੇ ਸ਼ਤਰੰਗੀ ਪੀਂਗ ਬਣਾ ਲਏਗੀ। ਇਹਨੂੰ ਕਹਿੰਦੇ ਤੇਲੀਆ ਬੁੱਧੀ। ਹੈ ਇੱਕ ਬੂੰਦ, ਔਰ ਪੂਰੇ ਟੱਬ ਵਿੱਚ, ਪੂਰੇ ਚਬੱਚੇ ਵਿੱਚ, ਪੂਰੇ ਟੱਬ ਵਿੱਚ ਉਹ ਫੈਲ ਜਾਂਦੀ ਹੈ। ਯਾਨੀ ਥੋੜਾ ਦੱਸੋ ਤੇ ਅਸਰ ਜ਼ਿਆਦਾ ਕਰਨਾ ਜਾਂ ਸਮਝਣਾ ਜ਼ਿਆਦਾ। ਹੁਣ ਗੁਰੂ ਨਾਨਕ ਕੋਲ ਤੇ ਉਦੋਂ ਵੀ ਅਗਲੀ ਬੁੱਧੀ ਹੈ, ਤੇਲੀਆ ਬੁੱਧੀ ਤੋਂ ਵੀ ਅਗਲੀ ਬੁੱਧੀ ਹੈ। ਹਜ਼ੂਰ ਨੂੰ ਦੱਸਦੇ ਥੋੜਾ ਨੇ ਤੇ ਹਜ਼ੂਰ ਸਮਝਦੇ ਜ਼ਿਆਦਾ ਨੇ। ਅਧਿਆਪਕ ਬੜਾ ਖੁਸ਼ ਹੈ, ਵਜ੍ਹਾ ਵੀ ਇਹਦਾ ਬਾਪੂ ਪਟਵਾਰੀ ਹੈ ਔਰ ਜ਼ਿਮੀਂਦਾਰ ਵੀ ਹੈ, ਸਰਮਾਏਦਾਰ ਬੰਦਾ ਹੈ, ਰਿਜ਼ਕ ਦੀ ਕੋਈ ਕਮੀ ਨਹੀਂ। ਉਹਨਾਂ ਜ਼ਮਾਨਿਆਂ 'ਚ ਇਹ ਵੀ ਪਰੰਪਰਾ ਸੀ, ਜੇ ਬੱਚਾ ਬਹੁਤ ਵਧੀਆ ਕੋਈ ਕਿਸੇ ਦਾ ਪੜ੍ਹਾ ਦੇ ਤੇ ਉਹ ਨਿਸ਼ਚਿਤ ਫੀਸ ਤੋਂ ਕਈ ਵਾਰਾਂ ਜ਼ਿਆਦਾ ਦਿੰਦਾ ਸੀ, ਮਾਨ ਕਰਦਾ ਸੀ। ਸ਼ੁਰੂ ਵੇਲੇ ਵੀ ਦੇਣਾ, ਵਿਚਕਾਰ ਵੀ ਦੇਣਾ, ਔਰ ਜਦੋਂ ਸਾਰੀ ਫਿਨਿਸ਼ ਹੋ ਜਾਣੀ ਉਦੋਂ ਉਚੇਚੇ ਤੌਰ ਤੇ ਮਾਨਤਾਨ ਅਧਿਆਪਕਾਂ ਦਾ, ਉਸਤਾਦਾਂ ਦਾ, ਇੰਸਟ੍ਰਕਟਰਸ ਦਾ ਕਰਨਾ। ਉਹ ਬੜਾ ਖੁਸ਼ ਸੀ ਵੀ ਮੈਨੂੰ ਤੇ ਬਹੁਤ ਇਨਾਮ ਮਿਲੇਗਾ। ਪਰ ਅਚਾਨਕ ਕੁਝ ਦਿਨ ਪਾ ਕੇ ਗੁਰੂ ਨਾਨਕ ਸਾਹਿਬ ਨੇ ਪੜ੍ਹਨਾ ਪੁੜਨਾ ਛੱਡ ਦਿੱਤਾ। ਜੋ ਦੱਸਣ ਉਹਨੂੰ
ਹੋਮਵਰਕ ਕਰਕੇ ਨਾ ਆਉਣ। ਹੁਣ ਲਿਖਿਆ ਹੈ ਵੀ ਅਧਿਆਪਕ ਕਹਿਣ ਲੱਗਾ ਵੀ ਨਾਨਕ ਜੀ ਤੁਸੀਂ ਤੇ ਸਾਰਿਆਂ ਨਾਲੋਂ ਪਹਿਲਾਂ ਕਰ ਲੈਂਦੇ ਸੋ, ਥੋੜਾ 10 ਤੇ ਜ਼ਿਆਦਾ ਕਰ ਲੈਂਦੇ ਸੋ, ਤੇ ਤੁਸੀਂ ਪੜ੍ਹਦੇ ਕਿਉਂ ਨਹੀਂ? ਪੜ੍ਹਾਉਂਦਾ ਉਹ ਮੈਥ ਸੀ। ਉਹਨਾਂ ਜ਼ਮਾਨਿਆਂ 'ਚ ਇਹਨੂੰ ਗਣਿਤ ਵੀ ਨਹੀਂ ਸਨ ਕਹਿੰਦੇ, ਇਹਨੂੰ ਹਿਸਾਬ ਵੀ ਨਹੀਂ ਸਨ ਕਹਿੰਦੇ, ਇਹਨੂੰ ਲੇਖਾ ਕਹਿੰਦੇ ਸਨ। ਉਹਨਾਂ ਜ਼ਮਾਨਿਆਂ 'ਚ ਇਹਨੂੰ ਲੇਖਾ ਸ਼ਬਦ ਵਰਤਦੇ ਸਨ। ਤਾਂ ਅੱਜ ਗੁਰੂ ਨਾਨਕ ਸਾਹਿਬ ਪੈਂਤੜਾ ਬਦਲ ਕੇ ਕਹਿਣ ਲੱਗੇ ਪਾਂਧਾ ਜੀ ਜੇ ਇਹਨੂੰ ਨਾ ਪੜਾਂਗਾ ਤੇ ਕੀ ਹੋਵੇਗਾ, ਜੇ ਪੜਾਂਗਾ ਤੇ ਫਿਰ ਕੀ ਹੋਵੇਗਾ? ਤੇ ਪਾਂਧਾ ਕਹਿਣ ਲੱਗੇ ਵੀ ਜੇ ਪੜੇਗਾ ਤੇ ਉਹ ਕੁਛ ਹੋਵੇਗਾ ਜੋ ਤੇਰੇ ਪਿਤਾ ਨਾਲ ਹੋਇਆ। ਕਹਿਣ ਲੱਗੇ ਜੀ ਪਿਤਾ ਨਾਲ ਕੀ ਹੋਇਆ? ਆਖਣ ਲੱਗੇ ਦੇਖ ਲੈ ਕਿਤਨੇ ਪਿੰਡਾਂ ਦਾ ਪਟਵਾਰੀ ਹੈ, ਤਨਖਾਹ ਮਿਲਦੀ ਏ, ਹੋਰ ਬਹੁਤ ਸਾਰੀਆਂ ਸਹੂਲਤਾਂ ਨੇ, ਨੌਕਰ ਚਾਕਰ ਮਿਲੇ ਹੋਏ ਨੇ, ਰਾਏ ਬੁਲਾਰ ਉਹਨਾਂ ਦਾ ਮਾਨ ਕਰਦਾ। ਔਰ ਤੈਨੂੰ ਪਤਾ ਤੇਰੇ ਬਾਪੂ ਨੂੰ ਰਾਏ ਬੁਲਾਰ ਨੇ ਪਟਵਾਰੀ ਕਿਉਂ ਰੱਖਿਆ ਸੀ? ਕਹਿਣ ਲੱਗਾ ਨਹੀਂ। ਆਖਣ ਲੱਗੇ ਕਿਉਂਕਿ ਉਹਦਾ ਮੈਥਮੈਟਿਕਸ ਬਹੁਤ ਵਧੀਆ ਸੀ। ਔਰ ਹੁਣ ਵਰਗਾ ਸਮਾਂ ਨਹੀਂ ਵੀ ਬੱਚਿਆਂ ਨੂੰ ਕੈਲਕੂਲੇਟਰ ਲੈ ਦਿੱਤੇ। ਸਾਧ ਸੰਗਤ ਤੁਹਾਡੇ ਵਿੱਚੋਂ ਕੁਝ ਜਿਹੜੇ ਨੇ ਸ਼ਾਇਦ ਗੱਲ ਨੂੰ ਸਮਝਣ, ਡੰਡੇ ਮਾਰ ਕੇ ਅਧਿਆਪਕ ਪਹਾੜੇ ਯਾਦ ਕਰਾਉਂਦੇ ਸਨ। ਪਤਾ ਕਿੱਦਾਂ ਦੇ? 1.5 ਦਾ ਪਹਾੜਾ, 1.25 ਦਾ, ਫਿਰ 2 ਦਾ ਤੇ ਹੈ ਹੀ, 2.25, 2.5, ਫਿਰ 2.25, ਔਰ ਐ ਪੋਟਿਆਂ ਦੇ ਉੱਤੇ ਰਟੇ ਹੋਏ ਸਨ। ਔਰ ਐਸੇ ਰਟਾਏ ਹੁਣ ਤੱਕ ਰਟੇ ਹੋਏ ਨੇ। ਇੰਨਾ ਜ਼ਬਰਦਸਤ ਸਟਾਈਲ ਸੀ ਪੜ੍ਹਾਉਣ ਦਾ। 2 ਹੀ ਚੀਜ਼ਾਂ ਹੁੰਦੀਆਂ ਨੇ ਪਿਆਰਿਓ, ਇੱਕ ਡਰ, ਦੂਜਾ ਸ਼ੌਂਕ। ਅਧਿਆਪਕ ਹੁਣ ਡਰਾ ਤੇ ਸਕਦਾ ਨਹੀਂ, ਉਹ ਤੇ ਅਧਿਕਾਰ ਅਸੀਂ ਉਹਦੇ ਕੋਲੋਂ ਖੋਹ ਲਿਆ, ਕਿਉਂਕਿ ਕਈ ਵਾਰਾਂ ਥੋੜਾ ਜਿਹਾ ਕਿਤੇ ਨਾ ਕਿਤੇ ਜਾਤਸੀ ਹੋ ਗਈ ਬਹੁਤ ਜ਼ਿਆਦੀ, ਔਰ ਅਣਸਖਾਵੀ ਘਟਨਾ ਵਾਪਰ ਗਈ, ਲਿਹਾਜ਼ਾ ਉਸ ਸਬੰਧ 'ਚ ਨਵੇਂ ਕਾਨੂੰਨ ਬਣ ਗਏ। ਪਰ ਹੁਣ ਤੁਸੀਂ ਇਹ ਵੀ ਸੋਚੋ ਵੀ ਜੇ ਬੱਚੇ ਨੂੰ ਸ਼ੌਂਕ ਵੀ ਨਹੀਂ ਤੇ ਬੱਚੇ ਨੂੰ ਡਰ ਵੀ ਨਹੀਂ ਤੇ ਫਿਰ ਤੇ ਉਹ ਨਹੀਂ ਪੜ੍ਹੇਗਾ ਨਾ। ਤੇ ਜੇ ਨਹੀਂ ਪੜ੍ਹੇਗਾ ਤੇ ਫਿਰ ਉਹਦਾ ਕੀ ਅਸਰ ਹੋਵੇਗਾ ਤੁਸੀਂ ਆਪ ਹੀ ਦੇਖ ਲਓ। ਵਿੱਦਿਆ ਤੋਂ ਬਿਨਾ ਉਹ ਨੇਤਰਹੀਨ ਵੀ ਹੈ, ਉਹ ਹੈਂਡੀਕੈਪਟ ਵੀ ਹੈ। ਮਤਲਬ ਜਿੰਨੀਆਂ ਵੀ ਵਿਸ਼ੇਸ਼ਣ ਉਹਦੇ ਨਾਲ ਜੋੜ ਦਈਏ ਉਹ ਥੋੜੇ ਨੇ। ਤੋ ਤੁਸੀਂ ਤੇ ਬਹੁਤ ਸੋਹਣਾ ਪੜ੍ਹਦੇ ਸੋ, ਤੁਹਾਨੂੰ ਕੀ ਹੋਇਆ? ਹਜ਼ੂਰ ਕਹਿਣ ਲੱਗੇ ਕੀ ਹੋਵੇਗਾ? ਆਖਣ ਲੱਗੇ ਸਹੂਲਤ ਮਿਲਦੀ ਹੈ, ਮਾਨ ਤਾਨ ਹੁੰਦਾ ਹੈ, ਮਾਇਆ ਕਮਾਈ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਪ੍ਰਲੋਕ ਵਿੱਚ ਵੀ ਕੁਝ ਹੁੰਦਾ ਹੈ। ਇਸ ਤੇਰੇ ਮੈਥ ਨਾਲ, ਤੇਰੇ ਗਣਿਤ ਨਾਲ, ਤੇਰੇ ਮੈਥਮੈਟਿਕਸ ਨਾਲ ਪ੍ਰਲੋਕ ਵਿੱਚ ਕੋਈ ਹੈਲਪ ਮਿਲਦੀ ਹੈ? ਕਹਿਣ ਲੱਗਾ ਨਾਨਕ ਜੀ ਇਹ ਤੇ ਮੈਂ ਕਦੀ ਸੋਚਿਆ ਹੀ ਨਹੀਂਗਾ। ਅੱਜ ਤੱਕ ਮੈਨੂੰ ਕਿਸੇ ਨੇ ਸਵਾਲ ਨਹੀਂ ਕੀਤਾ ਵੀ ਮੈਥਮੈਟਿਕਸ, ਹਿਸਾਬ, ਲੇਖਾ ਪ੍ਰਲੋਕ ਵਿੱਚ ਵੀ ਕੋਈ ਸਾਥ ਦਿੰਦਾ। ਆਖਣ ਲੱਗੇ ਵੀ ਜੇ ਪ੍ਰਲੋਕ ਵਿੱਚ ਇਹ ਸਾਥ ਨਹੀਂ ਦਿੰਦਾ ਫਿਰ ਇਹਨੂੰ ਸਿੱਖ ਕੇ ਕੀ ਕਰਨਾ? ਹੁਣ ਧਿਆਨ ਦਿਆ ਜੇ, ਸੁਰ ਤੇ ਜ਼ੋਰ ਦਿਆ ਜੇ। ਹਜ਼ੂਰ ਕਹਿਣ ਲੱਗੇ, ਅਧਿਆਪਕ ਕਹਿਣ ਲੱਗਾ ਨਾਨਕ ਜੀ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਮੈਥਮੈਟਿਕਸ ਹੈ ਜਿਹੜਾ ਪ੍ਰਲੋਕ 'ਚ ਸਾਥ ਦਿੰਦਾ ਹੋਵੇ? ਹਜ਼ੂਰ ਕਹਿਣ ਲੱਗੇ ਹੈ ਨਾ। ਹੁਣ ਤੇ ਬੜੀ ਵਾਰੀ ਕਥਾ ਸੁਣੀ ਹੈ, ਸਾਨੂੰ ਅਚੰਭਾ ਨਹੀਂ ਹੁੰਦਾ। ਪਹਿਲੇ ਦਿਨ ਰੂਹੇ ਜ਼ਮੀਨ ਤੇ ਜਦੋਂ ਕਿਸੇ ਸਟੂਡੈਂਟ ਨੇ ਆਪਣੇ ਅਧਿਆਪਕ ਨੂੰ ਕਿਹਾ ਹੋਵੇਗਾ ਵੀ ਹੈ ਨਾ, ਤੇ ਪਿਆਰਿਓ ਉਹਦੀ ਕਿਸ ਤਰ੍ਹਾਂ ਦੀ ਦਸ਼ਾ ਹੋਵੇਗੀ? ਮਹਾਰਾਜ ਕਹਿਣ ਲੱਗੇ ਹੈ। ਕਹਿਣ ਲੱਗੇ ਉਹਦਾ ਮੈਥਡ ਕੀ ਹੈ? ਹਜ਼ੂਰ ਕਹਿਣ ਲੱਗੇ ਸੁਣ, ਜਿਵੇਂ ਤੂੰ ਮੈਨੂੰ ਲਿਖਾਣਾ ਹੈ, ਹੁਣ ਤੂੰ ਕਲਮ ਦਵਾ ਤਿਆਰ ਕਰ, ਮੈਂ ਤੈਨੂੰ ਲਿਖਾਣਾ, ਤੂੰ ਲਿਖ। ਲਿਖਣ ਲਈ ਕੀ ਚਾਹੀਦਾ? ਕਹਿਣ ਲੱਗੇ ਇੱਕ ਸਮਾਜ ਚਾਹੀਦਾ, ਫੱਟੀ ਹੋਵੇ ਜਾਂ ਰਫ ਕਾਗਜ਼ ਹੋਵੇ, ਸ਼ਾਹੀ ਹੋਵੇ, ਕਲਮ ਹੋਵੇ, ਲਿਖਣ ਵਾਲੇ ਹੱਥ ਹੋਣ, ਔਰ ਇੱਥੇ ਜ਼ਹਿਨ ਵਿੱਚ ਵੀ ਮੈਟਰ ਹੋਵੇ। ਮਹਾਰਾਜ ਕਹਿਣ ਲੱਗੇ ਲਿਖ। ਫਿਰ ਮੇਰਾ ਰਾ ਮਟੀਰੀਅਲ ਕੀ ਹੈ? ਜਿਹੜਾ ਲੇਖਾ, ਜਿਹੜਾ ਗਣਿਤ, ਜਿਹੜਾ ਹਿਸਾਬ ਕਿਤਾਬ ਦਰਗਾਹ ਵਿੱਚ ਵੀ ਸਾਥ ਦਿੰਦਾ, ਉਹਦਾ ਰਾ ਮਟੀਰੀਅਲ ਕੀ ਹੈ? ਉਹਨੂੰ ਲਿਖਣ ਵਾਸਤੇ ਕੀ ਕੀ ਸਮਾਨ ਚਾਹੀਦਾ? ਧਿਆਨ ਨਾਲ ਲਿਖ। ਕਹਿਣ ਲੱਗੇ ਲਿਖਾ। ਤਾਂ ਹਜ਼ੂਰ ਕਹਿਣ ਲੱਗੇ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ। ਮਾਸਟਰ ਜੀ ਇਸ ਤਰ੍ਹਾਂ ਦਾ ਹਿਸਾਬ ਸਿੱਖੋ, ਜਿੱਥੇ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਸਰੀਰ ਦੇ ਮੋਹ ਨੂੰ ਘਸਾ ਕੇ ਇਹਦੀ ਸ਼ਾਹੀ ਬਣਾ ਲਓ। ਜਾਲ ਮੋਹ, ਸਰੀਰ ਦਾ ਮੋਹ, ਦੇਹ ਅਧਿਆਸ,
ਆਪਣੇ ਆਪ ਨੂੰ ਪ੍ਰਮਾਤਮਾ ਤੋਂ ਜੁਦਾ ਸਮਝਣਾ, ਇਹ ਪ੍ਰਵਿਰਤੀ ਖਤਮ ਕਰਕੇ ਘਸਾ ਘਸਾ ਕੇ, ਉਹਨਾਂ ਜ਼ਮਾਨਿਆਂ ਸ਼ਾਹੀਆਂ ਇਦਾਂ ਹੀ ਬਣਦੀਆਂ ਸਨ, ਹੁਣ ਵਰਗੀ ਤਕਨੀਕ ਨਹੀਂ ਸੀ। ਤੇ ਮਤ ਕਾ ਗਦ ਕਰ ਸਾਰ, ਸ੍ਰੇਸ਼ਟ ਮਤ ਦਾ ਕਾਗਜ਼ ਬਣਾ। ਉਹਨਾਂ ਜ਼ਮਾਨਿਆਂ 'ਚ ਤਖਤੀਆਂ ਹੁੰਦੀਆਂ ਸਨ, ਤਖਤੀ ਬਣਾ। ਪਾਓ ਕਲਮ, ਪਿਆਰ ਦੀ ਕਲਮ ਬਣਾ। ਤੁਸੀਂ ਵੇਖਿਆ ਕਦੀ ਕਦੀ ਬੰਦੇ ਨੂੰ ਲਿਖਣਾ ਤੇ ਆ ਜਾਂਦਾ ਹੈ, ਇੱਕ ਆਰਟੀਕਲ ਕਿਸੇ ਨਿਊਜ਼ਪੇਪਰ ਵਿੱਚ ਉਹਦਾ ਲੱਗ ਜਾਏ, ਅਗਲੇ ਦਿਨ ਦੰਗੇ ਹੋ ਜਾਂਦੇ ਨੇ, ਫਸਾਦ ਹੋ ਜਾਂਦੇ ਨੇ। ਐਸੇ ਵੀ ਰਾਈਟਰ ਨੇ। ਤੇ ਹੁਣ ਉਹਦਾ ਲਿਖਣ ਦਾ ਕੀ ਫਾਇਦਾ? ਹਜ਼ੂਰ ਸਾਨੂੰ ਤੇ ਕਹਿੰਦੇ ਨੇ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਿਰੇਵਾਨ ਮੈਂ ਸਿਰ ਨੀਵਾ ਕਰ ਦੇ। ਜੇ ਤੈਨੂੰ ਲਿਖਣਾ ਆ ਗਿਆ ਹੈ ਤੇ ਇਦਾਂ ਦਾ ਨਾ ਲਿਖ ਵੀ ਦੰਗੇ ਫਸਾਦ ਹੀ ਹੋ ਜਾਣ। ਲਿਖਣ ਲੱਗਾ ਆਪਣੇ ਗਿਰੇਵਾਨ ਵਿੱਚ ਵੀ, ਬੋਲਣ ਲੱਗਾ ਆਪਣੇ ਗਿਰੇਵਾਨ ਵਿੱਚ ਵੀ ਝਾਤੀ ਮਾਰ ਲੈ ਵੀ ਮੈਂ ਕਿੱਥੇ ਖੜਾ ਵਾਂ, ਫਿਰ ਕਿਸੇ ਦੂਜੇ ਦੀ ਵੀ ਆਲੋਚਨਾ ਕਰ ਲਈ। ਹੁਣ ਅਸੀਂ ਇੱਧਰ ਤੇ ਦੇਖਦੇ ਕੋ ਨਹੀਂ, ਦੂਜੇ ਦਾ ਛੱਡਣਾ ਹੀ ਕੁਛ ਨਹੀਂਗਾ। ਫਿਰ ਵਾਦ ਵਿਵਾਦ ਹੁੰਦੇ ਨੇ, ਝਗੜੇ ਹੁੰਦੇ ਨੇ, ਮਨਮੁਟਾਵ ਹੁੰਦੇ ਨੇ। ਤੋ ਹਜ਼ੂਰ ਕਹਿਣ ਲੱਗੇ, ਪਾਂਦਾ ਜੀ ਸਰੀਰ ਦੇ ਮੋਹ ਨੂੰ ਕਸਾ ਕੇ ਉਹਦੀ ਸ਼ਾਹੀ ਬਣਾਣੀ ਹੈ, ਸ੍ਰੇਸ਼ਟ ਮਤ ਦਾ ਕਾਗਜ਼ ਬਣਾਉਣਾ ਹੈ, ਤੇ ਪਿਆਰ ਦੀ ਕਲਮ ਹੱਥਾਂ ਵਿੱਚ ਪਕੜਨੀ ਹੈ, ਨਫ਼ਰਤ ਦੀ ਕਲਮ ਨਹੀਂ ਪਕੜਨੀ। ਤੇ ਚਿੱਤ ਨੂੰ, ਮਨ ਨੂੰ, ਸੁਰਤ ਨੂੰ, ਧਿਆਨ ਨੂੰ ਲਿਖਾਰੀ ਬਣਾਉਣਾ ਹੈ, ਲਿਖਣ ਵਾਲਾ ਬਣਾਉਣਾ ਹੈ। ਔਰ ਇੱਕ ਹੋਰ ਗੱਲ ਦਾ ਖਿਆਲ ਕਰਨਾ, ਇਹ ਜਿਹੜਾ ਸਾਡੇ ਵਾਲਾ ਮੈਥਮੈਟਿਕਸ ਹੈ, ਜਿਵੇਂ ਇਹ ਮੈਥ ਮੈਂ ਤੇਰੇ ਕੋਲੋਂ ਪੁੱਛ ਕੇ ਲਿਖਣਾ ਵਾ ਨਾ, ਇਹ ਜਿਹੜਾ ਮੈਥ ਮੈਂ ਦੱਸ ਰਿਹਾ, ਇਹ ਗੁਰੂ ਕੋਲੋਂ ਪੁੱਛ ਕੇ ਲਿਖਣਾ, ਮਰਜ਼ੀ ਨਾਲ ਕੁਛ ਨਹੀਂ ਲਿਖਣਾ। ਗੁਰ ਪੁੱਛ ਲਿਖ ਵਿਚਾਰ, ਗੁਰੂ ਨੂੰ ਪੁੱਛ ਕੇ ਲਿਖ। ਜੇ ਗੁਰੂ ਕਵੇ ਨਾ ਵੀ 1 ਦੂਣੀ 2 ਦੂਣੀ 5, ਲਿਖ ਦੇਈ 5, ਆਪਣੀ ਅਕਲ ਨੂੰ ਆੜੇ ਨਾ ਆਉਣ ਦੇਈ। ਗੁਰੂ ਕਹਿਦਾ ਵੀ 2 ਦੂਣੀ 10 ਹੁੰਦਾ ਹੈ, ਅੱਖਾਂ ਮੀਟ ਕੇ ਲਿਖ ਦੇ। ਇਹੀ ਤੇ ਗੱਲ ਹੈ ਸਮਝਣ ਵਾਲੀ। ਹੁਣ ਦੇਖੋ 8 ਵਜੇ ਨੇ, 1-2 ਮਿੰਟ ਉੱਤੇ ਹੋਏ ਨੇ। ਸਿੰਪਲ ਜਿਹਾ ਮੈਥਡ ਪਤਾ ਕੀ ਹੈ? ਗੁਰੂ ਸਾਹਿਬ ਤੇ ਸਾਡੇ ਵਿੱਚ ਪ੍ਰਤੱਖ ਨੇ, ਪਰ ਮੰਨ ਲਿਆ ਵੀ ਸਰੀਰ ਵਿੱਚ ਗੁਰੂ ਨਾਨਕ ਖੜੇ ਹੋ ਜਾਣ, ਸਾਨੂੰ ਕਹਿਣ ਵੀ ਕੀ ਟਾਈਮ ਹੋਇਆ, ਅਸੀਂ ਕਹੀਏ ਜੀ 8:02 ਹੋ ਗਏ ਨੇ, ਤੇ ਗੁਰੂ ਕਹੇ ਵੀ ਨਹੀਂ 12 ਵੱਜ ਗਏ ਨੇ। ਅਸਲ ਰਮਜ ਇਹ ਜੇ ਵੀ ਹੱਥ ਜੋੜ ਕੇ ਆਖੋ, ਮਹਾਰਾਜ ਸਾਡੀਆਂ ਅੱਖਾਂ ਧੋਖਾ ਖਾ ਸਕਦੀਆਂ ਨੇ, 12 ਹੀ ਵੱਜੇ ਹੋਣੇ। ਭਾਈ ਲੈਣਾ ਕਿਉਂ ਜਿੱਤ ਗਏ, ਕਿਉਂ ਪ੍ਰਵਾਨ ਚੜ ਗਏ? ਮਹਾਰਾਜ ਕਹਿੰਦੇ ਉੱਠੋ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰੋ, ਨਿਤਨੇਮ ਕਰੀਏ। ਬਾਬਾ ਬੁੱਢਾ ਜੀ ਬਾਹਰੋਂ ਜਾ ਕੇ ਅੰਦਰ ਆਉਂਦੇ, ਤਾਰੇ ਵੇਖ ਕੇ ਕਹਿੰਦੇ, ਮਹਾਰਾਜ ਇਸ਼ਨਾਨ ਤੇ ਕਰ ਲੈਂਦੇ ਆ ਜਿਵੇਂ ਤੁਹਾਡਾ ਹੁਕਮ ਹੈ, ਪਰ ਉਂਝ ਅਜੇ ਅੰਮ੍ਰਿਤ ਵੇਲਾ ਕੋਈ ਨਹੀਂ ਜੇ ਹੋਇਆ। ਅਜੀਤਾ ਰੰਧਾਵਾ ਵੀ ਇਦਾਂ ਹੀ ਕਹਿੰਦਾ, ਮਲਸੀਆਂ ਵਾਲਾ ਲੰਬਰਦਾਰ ਭਗੀਰਥ ਵੀ ਇਦਾਂ ਹੀ ਕਹਿੰਦਾ, ਲਾਹੌਰ ਵਾਲਾ ਮਨਸੁਖ ਵੀ ਇਦਾਂ ਹੀ ਕਹਿੰਦਾ। ਯਾਨੀ ਦਰਜਨ ਦੇ ਕਰੀਬ ਸਿੰਘ ਜਿਹੜੇ, ਔਰ ਹੋਰ ਸੁਣੋ, ਜਿੱਥੇ ਦਿਨੇ ਦੀਵਾਨ ਲੱਗਦਾ, ਰਾਤ ਨੂੰ ਉੱਥੇ ਗੁਰੂ ਨਾਨਕ ਸਾਹਿਬ ਆਰਾਮ ਕਰਦੇ ਨੇ। ਹੁਣ ਤੇ ਢੇਰ ਸਾਰੀ ਸਾਨੂੰ ਧਾਰਮਿਕ ਆਗੂਆਂ ਨੂੰ ਫੈਸਿਲਿਟੀ ਚਾਹੀਦੀ ਹੈ ਨਾ, ਪਰ ਜਿਹਦੇ ਅਸੀਂ ਸਿੱਖ ਹਾਂ, ਜਿੱਥੇ ਦਿਨੇ ਦੀਵਾਨ ਲੱਗਦਾ ਉੱਥੇ ਰਾਤ ਨੂੰ ਆਰਾਮ ਹੁੰਦਾ। ਔਰ ਇੱਧਰ ਵੀ ਇੱਕ ਸਿੱਖ ਸੁੱਤਾ ਹੁੰਦਾ, ਇੱਧਰ ਵੀ ਸੁੱਤਾ ਹੁੰਦਾ, ਪੈਰਾਂ ਵੱਲ ਵੀ ਸੁੱਤਾ ਹੁੰਦਾ, ਉਹਨਾਂ ਦੇ ਵਿੱਚ ਗੁਰੂ ਨਾਨਕ ਆਰਾਮ ਕਰਦੇ ਨੇ। VIP ਕਲਚਰ ਕ੍ਰੀਏਟ ਨਹੀਂ ਕੀਤਾ ਉਹਨਾਂ ਨੇ, ਤੇ ਅਸੀਂ ਕਰਨੇ ਆ। ਸਾਡੇ ਤੇ ਕਈ ਵਾਰ ਸਟੇਜਾਂ ਦੇ ਉੱਤੇ ਨਾਲ ਤੌਲੀਏ ਚੱਕੀ ਫਿਰਦੇ ਨੇ, ਨਾਲ ਜਿਹੜੇ ਸਹਾਇਕ ਆਉਂਦੇ ਨੇ ਧਾਰਮਿਕ ਬੰਦੇ, ਸਟੇਜਾਂ ਤੇ ਮੈਂ ਕਹਿੰਦਾ, ਪਤੰਦਰੋ ਇੱਥੇ ਇਸ਼ਨਾਨ ਕਰਨ ਆਏ ਹੋ, ਵੀ ਇੱਥੇ ਤੌਲੀਏ ਕਾਹਤੋਂ ਚੱਕੀ ਫਿਰਦੇ ਹੋ? ਵੀ ਇੱਕ ਠਫੂਸ ਜਿਹਾ ਬਣਾਉਣਾ ਹੈ, ਇੱਕ ਵਾਤਾਵਰਨ ਜਿਹਾ ਇਦਾਂ ਦਾ ਬਣਾਉਣਾ ਵੀ ਇਹ ਬਹੁਤ ਖਾਸ ਬੰਦਾ ਹੈ। ਕਮ ਸੇ ਕਮ ਗੁਰੂ ਕੋਲ ਤੇ ਇਦਾਂ ਨਾ ਸ਼ੋਅ ਕਰੋ, ਗੁਰੂ ਕੋਲ ਤੇ ਨਿਮਾਣੇ ਹੋ ਕੇ ਆਵੋ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਸ੍ਰੇਸ਼ਟ ਮਤ ਜਿਹੜੀ ਏ ਉਹਦਾ ਕਾਗਜ਼ ਬਣਾ, ਗੁਰੂ ਨੂੰ ਪੁੱਛ ਕੇ ਲਿਖ। ਤੇ ਗੁਰੂ ਕਹਿੰਦਾ ਵੀ ਅੰਮ੍ਰਿਤ ਵੇਲਾ ਹੋ ਗਿਆ, ਸਾਰੇ ਕਹਿੰਦੇ ਨੇ ਆ ਕੇ, ਮਹਾਰਾਜ ਤੁਹਾਡਾ ਹੁਕਮ ਹੈ, ਇਸ਼ਨਾਨ ਕਰ ਲੈਣ, ਅੰਮ੍ਰਿਤ ਵੇਲਾ ਲੈਣਾ, ਤੂੰ ਵੇਖ ਕੇ ਦੱਸ। ਭਾਈ ਜੀ ਬਾਹਰ ਆ ਕੇ ਤਾਰਿਆਂ ਵੱਲ ਵੇਂਦੇ ਨੇ, ਕਹਿੰਦੇ ਨੇ ਅਸਲ 'ਚ ਬਾਬਾ ਬੁੱਢਾ ਕੋਈ ਸਧਾਰਨ ਵਿਅਕਤੀ ਨਹੀਂ, ਉਹ ਕਹਿ ਰਿਹਾ ਅੱਧੀ ਰਾਤ ਹੈ, ਤੇ ਰਾਤ ਤੇ ਅੱਧੀ ਹੋਈ ਹੈ। ਪਰ ਲੈਣਿਆ ਗੁਰੂ ਨਾਨਕ ਵਾਰ-ਵਾਰ ਕਹਿੰਦਾ ਅੰਮ੍ਰਿਤ ਵੇਲਾ ਹੋ ਗਿਆ, ਤੇ ਰਮਜ ਇਹਦੇ ਵਿੱਚ ਵੀ ਕੋਈ ਜ਼ਰੂਰੀ ਅੰਦਰ ਗਏ ਗਲ 'ਚ ਪਰਨਾ। ਹੁਣ ਇਹ ਜਿਹੜਾ ਪਰਨਾ ਹੈ, ਇਹ ਇਕੱਲਾ ਮੂੰਹ ਪੂੰਝਣ ਲਈ ਨਹੀਂ ਨਾ। ਸੈਂਸ ਕੀ ਹੈ? ਸੈਂਸ ਹੈ ਨਿਮਰਤਾ।
जे ਇਹਨੂੰ ਪਾ ਕੇ ਨਿਮਰਤਾ ਨਹੀਂ ਆਈ ਫਿਰ ਨਹੀਂ ਵੀ ਪਾਣਾ ਚਾਹੀਦਾ। ਫਿਰ ਕੀ ਲਾਭ ਹੈ ਪਾਣ ਦਾ? ਜੇ ਹਰ ਵੇਲੇ ਬਾਹਾਂ ਟੁੰਗੀ ਰੱਖਣੀਆਂ ਨੇ, ਮੱਥੇ ਤੋਂ ਵੱਟ ਲਾਣੇ ਹੀ ਨਹੀਂਗੇ, ਤੇ ਫਿਰ ਹਜ਼ੂਰੀਏ ਦੇ ਤਾਂ ਕੋਈ ਅਰਥ ਨਹੀਂ ਰਹਿ ਜਾਂਦਾ ਨਾ ਪਿਆਰਿਓ। ਖੈਰ ਗੁਰੂ ਸਮਤ ਬਖਸ਼ੇ। ਔਰ ਅੰਦਰ ਆ ਕੇ ਪਤਾ ਕੀ ਕਹਿਣ ਲੱਗੇ ਮਹਾਰਾਜ ਜਿੰਨੀ ਤੁਸੀਂ ਰਾਤ ਬਿਤਾਈ ਹੈ ਉਨੀ ਬੀਤ ਗਈ ਹੈ, ਜਿੰਨੀ ਰੱਖੀ ਹੈ ਉਨੀ ਰੱਖ ਲਈ, ਮੈਨੂੰ ਝੱਲੇ ਨੂੰ ਕੀ ਪਤਾ ਵੀ ਕੀ ਟਾਈਮ ਹੋ ਗਿਆ। ਇਹ ਕਿਹਾ ਭਾਈ ਲੈਣੇ ਨੇ, ਐਵੇਂ ਨਹੀਂ ਪ੍ਰਵਾਨ ਚੜੇ। जितनी निशा बिताई गौर तितनी बिती न जाने बौर, अब जितनी राखी सो रही सर्ब काल के करता तू ही। काल भी तेरी मुट्ठी विच है, मैं की कह सकना की टाइम है। तुहाडा हुक्म है इशनान कर लो, सो जो भी है ठीक है असीं कर लैने। लेना प्रवान चढ़ गया। इसलिए गुर पुछ लिख, गुरु नूं पुछ के कर जो भी करना है, और आख जो गुर कहे सोई पल मानो। हर हर कथा निराली, गुरसिख मीत चलो गुर चाली। जाल मोह कस मस कर मत कागद कर सार, भाओ कलम कर चित लखारी, चित नूं लखारी बना। गुर पुछ लिख विचार। फिर गुरु दसेगा लिख नाम सलाह लिख, लिख अंत ना पारावार। गुर पुछ लिख विचार। गुरु नूं पुछ के जदों लिखेगा तो तेनों कहेगा भी कुछ ना लिख, इको ही गल लिख। की लिखा? वाहगुरू दी सिफत सलाह दीयां गल्लां ही लिखी जा। हुण असीं की करने आ? असीं कई बार दुनियादारां दी सिफत करन लग पैने आ। हुण मैं किसी बड़े प्रसिद्ध व्यक्ति दी सोशल मीडिया ते सुन रहा सा, वो किसी दी तारीफ कर रहा सी बेतहाशा, भी मैनूं तीजी चौथी बार अवसर मिलिया इन्हां दे दर्शन करन दा, मैं समझना मेरी जिंदगी का सब तो वधिया टाइम ये वे, इदा है उदा है। उदों मगरों कोई एलीगेशन लग गया, वो जोड़े एलीगेशन सन वो सच साबित हो गए, वो हुण जेल च चला गया। हुण वो जोड़े विरोधी ने उन्हां को क्लिप बना के ते वो लोकां नूं सुना रहे हैं भी वेखो ये जिहड़ा जेल च बैठा है बलात्कारी, ये बारे ये बंदा इदां कहंदा हुंदा सी। सानू सच्चे पातशाह ने कई सदियां पहला खबरदार किया भी ना इतना तारीफ करिया कर, दुनिया ना सलाह जो मरवंज सी। तुसी वेख्या ना भी वो शेख फरीद साहब जा रहे सन थल्लियों ते ऊपर वेशवा खड़ी सी। मैनू खिमा करना, मेरिया बेटियां भैणां भी दीवान च बैठियां ने, मैं इशारे मात्र गल। ऊपर वेशवा खड़ी सी ते बाबा जी नूं मजाक करके कहन लगी, बाबा आ जिहड़ा मेरा कुत्ता है इहदी पूछ चंगी है कि तेरी दाढ़ी चंगी है? हुण साडे वर्गा ते हुंदा ते थल्लियों पत्थर चुक के उहनूं मारदा। ते बाबा जी बड़े आराम नाल कहन लगे, बेटा समा किते आया ते फिर तेनूं दसांगा, अजे नहीं समा। समय का पहिया चलता रहा। जदों शरीर छड्डना सी ना, कहंदे ने भी उस वेशवा नूं बुला के, बाबा जी तुहानूं की हो गया? नहीं जरूरी काम है, बुला के लियाओ। लियांदा। कहन लगे, बेटा तू एक दिन मैनूं सवाल पूछया सी भी तेरी कुत्ते मेरे कुत्ते की पूछ चंगी है कि तेरी दाढ़ी चंगी है? तो मैं तेनों अज कहना वा तेरे कुत्ते की पूछ नालों मेरी दाढ़ी चंगी है। कहन लगी, बाबा जी उदण ही कह देंदे। कहंदे उदण किदां कह देंदा? इस गल का की भरोसा सी भी अगले पल की हो जाना? हजूर कहते ना, अजे सुनाओ समुंदर में क्या जानो क्या होए। तो इस करके तारीफ जदों करनी है निरंकार दी करनी है। दुनिया ना साला जो मर वंज सी, लोका ना सला जो मर खाक थी। जे कहना ही है तो क्या कर, वाह मेरे साहिब वाह, गुरमुख सदा सलाई है सच्चा वे प्रवाह। जालमो का समस कर मत कागद कर सार, भाव कलम कर चित लखारी। गुर पुछ लिख विचार, लिख नाम साला लिख। एक बारी तुसी भी कृपा करो, रसना पवित्र करो ते आखो लिख नाम साला लिख, लिख नाम साला लिख। लिख अंत न पारावार, लिख अंत न पारावार, लिख अंत न। सारे कृपा करो। लिख अंत न पारावार, लिख अंत न पारा वार, लिख अंत न।
ਜੀਰਾ ਹਰ ਕੇ ਗੁਨਾ ਗਾਓ, ਰਹਾ ਵਾਲੀਆਂ ਪੰਕਤੀਆਂ, ਮੂਲ ਪੰਕਤੀਆਂ ਜਿਨ੍ਹਾਂ ਨੂੰ ਅਸੀਂ ਵਿੱਚ ਹੈ ਜਿੰਦੇ ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਾਲਮੋ ਘਸ ਮਸ ਕਰ ਮਤ ਕਾਗਦ ਕਰ ਸਾਰ ਪਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਨਿਸ਼ਾਨ ਸ਼ਬਦ ਜਿਹੜਾ ਹੈ ਨਾ ਨੰਨੇ ਬਿਹਾਰੀ ਸੱਸੇ ਕੰਨਾ ਤੇ ਨਾਣਾ ਨੰਨਾ ਨਹੀਂ। ਪੁਰਾਣੀਆਂ ਬੀੜਾਂ 'ਚ ਜਿਹੜਾ ਇੰਡੈਕਸ ਹੁੰਦਾ ਸੀ ਨਾ ਉੱਥੇ ਜਪਜੀ ਸਾਹਿਬ ਨਹੀਂ ਸੀ ਲਿਖਿਆ ਹੁੰਦਾ। ਦੇਖੋ ਕਿਸੇ ਵੀ ਗੁਰਬਾਣੀ ਨੂੰ ਸਤਿਕਾਰ ਨਾਲ ਬੁਲਾਉਣਾ ਚੰਗੀ ਗੱਲ ਹੈ, ਪਰ ਹੁਣ ਪਤਾ ਕੀ ਹੋ ਗਿਆ, ਇੱਕ ਸਿੰਘ ਮੈਨੂੰ ਕਹਿਣ ਲੱਗਾ ਵੀ ਤੁਸੀਂ ਜਪਜੀ ਜੀ ਕਰਦੇ ਹੋ। ਮੈਂ ਕਿਹਾ ਵੀ ਇਹ ਜਪਜੀ ਜੀ ਕੀ ਹੋਇਆ। ਹੁਣ ਉਹਦਾ ਮਤਲਬ ਇਹ ਹੈ ਵੀ ਇੱਕ ਜੀ ਤੇ ਸਾਰੇ ਲਾਉਂਦੇ ਨੇ, ਮੇਰੇ ਨੰਬਰ ਤੇ ਤਾਂ ਬਣਨਗੇ ਮੈਂ 2 ਲਾਂ ਤੇ ਅੱਗੇ ਸ੍ਰੀ ਵੀ ਲਾ ਦਿਆਂ। ਮੈਂ ਨਾ ਲਾਓ, ਪਰ 3-4 ਵਿਸ਼ੇਸ਼ਣ ਅੱਗੇ 3-4 ਪਿੱਛੇ ਜਪ ਨੇ ਤੇ ਵਿੱਚ ਹੀ ਅਸਲ ਨਾਂ ਤੇ ਕੱਲਾ ਜਪ ਹੈ ਨਾ, ਜੱਜਾ ਪੱਪੇ ਔਂਕੜ ਜਪ। 4 ਵਿਸ਼ੇਸ਼ਣ ਅੱਗੇ ਹੋ ਗਏ 4 ਪਿੱਛੇ ਹੋ ਗਏ ਤੇ ਆਉਣ ਵਾਲੀਆਂ ਪੁਸ਼ਤਾਂ ਨੇ ਤੇ ਲੱਭਣਾ ਵੀ ਇਹ ਬਾਣੀ ਕਿਹੜੀ ਹੈ। ਇਹਨਾਂ ਨਾਂ ਲਾ ਦਿਓ ਵੀ ਵਿੱਚੋਂ ਜਪ ਗਵਾਚ ਹੀ ਜਾਏ। ਜਪ ਜੀ ਕਾਫੀ ਹੈ, ਫਿਰ ਤੁਸੀਂ ਜਪ ਜੀ ਸਾਹਿਬ ਕਹਿਣ ਲੱਗ ਪਏ। ਹੁਣ ਜੇ ਕੋਈ ਕਵੇ ਨਾ ਕਹੋ ਤਾਂ ਕਹਿਣਗੇ ਵੇਖੋ ਜੀ ਇਹ ਤੇ ਪ੍ਰਚਾਰਕ ਹੋ ਕੇ ਵੀ ਇਹਦੇ ਮਨ 'ਚ ਗੁਰਬਾਣੀ ਦਾ ਸਤਿਕਾਰ ਨਹੀਂ। ਪਰ ਇਹ ਪਿਰਤਾਂ ਪਾਣੀਆਂ ਬੜੀਆਂ ਆਸਾਨ ਹੁੰਦੀਆਂ ਨੇ, ਹਟਾਣੀਆਂ ਨਾਮੁਮਕਿਨ ਹੁੰਦੀਆਂ ਨੇ। ਬਹੁਤ ਜ਼ਿਆਦਾ ਹੀ ਜਦੋਂ ਉਹਦੇ ਨਾਲ ਲਾ ਦਿੰਦੇ ਆ ਅਸਲ ਗੱਲ ਵਿੱਚੋਂ ਗਵਾਚ ਜਾਂਦੀ। ਖਦਸ਼ਾ ਇਸ ਗੱਲ ਦਾ, ਸਤਿਕਾਰ ਤੇ ਕਰਨਾ ਚਾਹੀਦਾ। ਤੋ ਇਹਨੇ ਵਿਸ਼ੇਸ਼ਣ ਨਹੀਂ ਸਨ ਲੱਗੇ ਹੁੰਦੇ, ਪਰ ਨਿਸ਼ਾਨ ਲਿਖਿਆ ਹੁੰਦਾ ਸੀ, ਜਪ ਨਿਸ਼ਾਨ। ਹੁਣ ਤੁਸੀਂ ਕਹੋਗੇ ਨਿਸ਼ਾਨ ਕੀ ਹੈ? ਸੌਖੇ ਸ਼ਬਦਾਂ 'ਚ ਮੈਂ ਕਹਾਂ, ਆ ਵਿਦੇਸ਼ਾਂ ਜਾਈਦਾ ਨਾ ਗੁਰਦੁਆਰਿਆਂ ਵਾਲੇ, ਉੱਥੋਂ ਉਹ ਸਪਾਂਸਰਸ਼ਿਪ ਕਰ ਦਿੰਦੇ ਨੇ, ਉਹਨੂੰ ਅਸੀਂ ਆਪਣੀ ਬੋਲੀ 'ਚ ਰਾਹਦਾਰੀ ਕਹਿੰਦੇ ਹਾਂ। ਹੁਣ ਜਦੋਂ ਜਾ ਕੇ ਉਤਰਨਾ, ਇਮੀਗ੍ਰੇਸ਼ਨ ਅਫਸਰ ਬੈਠਾ, ਉਹਨੇ ਇਸ਼ਾਰਾ ਕਰਨਾ ਵੀ ਲਿਆਓ ਕੀ ਹੈ ਤੁਹਾਡੇ ਕੋਲ, ਤੇ ਪਾਸਪੋਰਟ ਦੇ ਨਾਲ ਜੇ ਸਪਾਂਸਰ ਰੱਖ ਦਈਏ ਤੇ ਵਿਦਿਨ 2 ਮਿੰਟ ਉਹ ਸਾਰੇ ਕੰਮ ਕੁਮ ਨਿਬੇੜ ਕੇ ਤੁਹਾਡੇ ਹੱਥ 'ਚ ਫੜਾ ਦਿੰਦਾ ਵੀ ਕਿੱਥੇ ਜਾਣਾ ਹੈ, ਕਿੱਥੋਂ ਆਏ ਹੋ, ਕਿਹਨ ਸੱਦਿਆ ਹੈ, ਬੋਰਡਿੰਗ ਲੋਡਿੰਗ ਮੈਡੀਕਲ ਜ਼ਿੰਮੇਵਾਰੀ ਕਿੰਨੇ ਲਈ ਹੈ, ਰਾਹਦਾਰੀ ਤੁਹਾਡੇ ਕੋਲ ਹੈ, ਇੱਥੋਂ ਲੰਘਣਾ ਤੁਸੀਂ, ਦੇਸ਼ 'ਚ ਐਂਟਰ ਹੋਏ ਹੋ, ਤੁਹਾਡੇ ਕੋਲ ਕੀ ਸਪਾਂਸਰਸ਼ਿਪ ਕਿਹਦੀ ਹੈ, ਰਾਹਦਾਰੀ ਕਿਹਦੀ ਹੈ। ਤੋ ਜਪ ਦੇ ਨਾਲ ਨਿਸ਼ਾਨ ਤਾਂ ਲਿਖਿਆ ਹੁੰਦਾ ਸੀ ਇਹ ਦਰਗਾਹ ਦੀ ਰਾਹਦਾਰੀ ਹੈ। ਜਿਹੜਾ ਜਪਜੀ ਪੜ੍ਹੇਗਾ ਮੰਨੈ ਮਾਰਗ ਠਾਕ ਨਾ ਪਾਏ, ਉਹਦੇ ਰਸਤੇ ਵਿੱਚ ਕੋਈ ਰੋਕ ਨਹੀਂ ਲੱਗੇਗੀ। ਕਿਉਂ? ਜਪ ਦੇ ਨਾਲ ਨਿਸ਼ਾਨ ਲਿਖਿਆ ਹੁੰਦਾ ਸੀ, ਇਹ ਰਾਹਦਾਰੀ ਹੈ। ਜਾਪ ਸਾਹਿਬ ਵੀ ਪੜ੍ਹਨਾ ਚਾਹੀਦਾ ਹੈ, ਸਵਈਏ ਚੌਪਈ ਨੰਦ ਸਾਹਿਬ ਰਹਿਰਾਜ 16 ਸਾਹਿਬ ਵੀ ਪੜ੍ਹਨਾ, ਮੈਂ ਇਹ ਨਹੀਂ ਕਹਿੰਦਾ ਵੀ ਉਹ ਨਹੀਂ ਪੜ੍ਹਨੇ ਚਾਹੀਦੇ, ਪਰ ਜਪ ਨਿਸ਼ਾਨ ਹੈ, ਜਪ ਰਾਹਦਾਰੀ ਹੈ। ਇਸ ਵਾਸਤੇ ਨਿਸ਼ਾਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ, ਇਹ ਤੇਰੀ ਰਾਹਦਾਰੀ ਬਣ ਜਾਏਗਾ। ਇਹ ਤੇਰੇ ਕੋਲ ਹੋਵੇਗਾ ਨਾ, ਵਾਹਿਗੁਰੂ ਦੀ ਸਿਫਤ ਸਲਾਹ ਦਾ ਪਰਵਾਨਾ, ਤੇਰੇ ਰਸਤੇ 'ਚ ਕੋਈ ਰੋਕ ਨਹੀਂ ਲਾਏਗਾ। ਹੁਣ ਇਹਦੇ ਹੋਰ 2 ਪਦੇ ਨੇ ਸ਼ਬਦ ਦੇ, ਜਿਹੜਾ ਗੁਰੂ ਨਾਨਕ ਸਾਹਿਬ ਨੇ ਪੰਧ ਦੇ ਪ੍ਰਤ ਉਚਾਰਨ ਕੀਤਾ ਸੀ, ਉਹ ਵੀ ਮੈਂ ਆਪ ਜੀ ਨਾਲ ਸਾਂਝੇ ਕਰ ਲਵਾਂ। ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, 3 ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ, ਕਰਮ ਮਿਲੇ ਤਾਂ ਪਾਈਏ ਨਾਹੀ ਗੱਲੀ ਵਾਓ ਦਵਾਓ। ਜਿੱਥੇ ਵਡਿਆਈ ਮਿਲਦੀ ਹੈ ਨਾਮ ਜਪਣ ਵਾਲਿਆਂ ਨੂੰ, ਜਿੱਥੇ ਹਮੇਸ਼ਾ ਖੁਸ਼ੀਆਂ ਬਣੀਆਂ ਰਹਿੰਦੀਆਂ ਨੇ, ਉਹਨੂੰ ਭਗਤ ਰਵਿਦਾਸ ਜੀ ਬੇਗਮਪੁਰਾ ਕਹਿੰਦੇ ਨੇ। ਹੁਣ ਬੇਗਮ ਤੇ ਆਮ ਤੌਰ ਤੇ ਬਹੁਤ ਜਿਹੜੇ ਵੱਡੇ ਵੱਡੇ ਸ਼ੇਖ ਨੇ, ਉਹਨਾਂ ਦੀਆਂ ਜਿਹੜੀਆਂ ਇਸਤਰੀਆਂ ਨੇ, ਉਹਨਾਂ ਲਈ ਵੀ ਬੇਗਮ ਸ਼ਬਦ ਵਰਤਿਆ ਜਾਂਦਾ। ਅਸਲ ਵਿੱਚ ਉੱਥੇ ਵੀ ਸੈਂਸ ਇਹੀ ਸੀ, ਇਤਨੇ ਧਨਾੜ ਬੰਦੇ ਦੀ ਇਹ ਇਸਤਰੀ ਬਣ ਗਈ ਹੈ, ਇਹ ਤੇ ਹੁਣ ਬੇਗਮ ਹੋ ਗਈ ਹੈ, ਇਹਨੂੰ ਹੁਣ ਕੋਈ ਗਮ ਨਹੀਂ ਰਹਿਣਾ, ਇਹਨੂੰ ਹੁਣ ਕਾਹਦਾ ਗਮ ਹੈ। ਸੈਂਸ ਉੱਥੇ ਵੀ ਇਹੀ ਸੀ, ਬੇਗਮ ਸ਼ਬਦ ਉਹਨਾਂ ਲਈ ਤਾਂ ਹੀ। ਪਰ ਇਹ ਭਗਤ ਰਵਿਦਾਸ ਸਾਹਿਬ ਜਿੱਥੇ ਸ਼ਬਦ ਵਰਤ ਰਹੇ ਨੇ, ਉਹ ਖਿੱਤਾ, ਉਹ ਆਤਮਕ ਅਵਸਥਾ ਜਿੱਥੇ ਕੋਈ ਗਮ ਨਹੀਂ। ਦੁਖ ਅੰਦੋ ਨਹੀਂ ਤੇ ਠਾਉ, ਨਾ ਤਸਵੀਸ ਖਿਰਾਜ਼ ਨਾ ਮਾਲ, खौफ न खता न तरस जवाल, अब मोए खूब वतन गए पाई, उहा खैर सदा मेरे पाई। पुराने बंदे कह पुछ लेंदे होर सब खैर है ना, कहते उत्थे हमेशा ही खैर है, हमेशा सुख है, होर कुछ भी नहीं। जिथे मिले वडियाइयां सद खुशियां सद चाओ, 3 मुख टिक्के निकले जिन मन सच्चा नाओ। जिन्हां दी सुरत च नाम है उन्हां दे मुख ते उत्थे टिक्के निकलते ने, सत्कार दिता जाता है। करम मिले तां पाईए, बख्शिश नाल मिलता है,
ना ही गल्ली वाओ दवाओ। एक आवे एक जाहे उठ रखियां नाम सलार, एक उपाय मंगते एक ना वड्डे दरबार, अगे गया जानिए विण नावे वेकार। तीजा पदा। बहुत सारे लोग संसार ते आ रहे ने, बहुत सारे रुखसत हो रहे ने, पूरां दे पूर आ रहे ने, पूरां दे पूर जा। तुसी सिर्फ रेलवे स्टेशन ते लुधियाने चले जाओ, दिने चले जाओ, रात चले जाओ, सुबह चले जाओ, शाम चले जाओ, हर वक्त रश है। अनाउंसमेंट हो रही है फलां ट्रेन इन्नी लेट है, फलां ट्रेन फलां प्लेटफार्म के उत्ते इन्ने वज के इन्ने मिनट ते आ रही है, फलां प्लेटफार्म तो फलां ट्रेन इन्ने बजे रुखसत हो रही है, सुबह जाओ सवेरे प्लेटफार्म ने ना। ये धरती भी एक इस तरह का प्लेटफार्म है भी इत्थे जे तुसी किते साध संगत लगभग 8 अरब 9 अरब साडी पापूलेशन है पूरे ग्लोबल दे उत्ते इंसान दी, बाकी जीवां दी नहीं। बाकी तो जे गिणीए तो वो पता नहीं किन्नी कु बन जाएगी। हुण कितने जीव आ रहे ने विद इन 1 मिनट और कितने उन्हां दी डैथ हो रही है तो इत्थों जा रहे ने, पूरां दे पूर आ रहे ने, पूरां दे पूर जा भी रहे ने। एक आवे है एक जाए उठ रखिए नाम सलार। कई अपने बड़े वड्डे वड्डे नाम रख लेंदे ने, 4 पैसे कोल ने। और एक उपाय मंगते, कई अमीर ने, कई उन्हां दे मुकाबले ते बड़े गरीब ने। एक ना वड्डे दरबार। गुरु नानक साहब कह लगे पांधा जी जदों महाराज ने बड़ियां पते दीयां गल्लां कीतियां ना, फिर वो कुछ होर सवाल करन लग पिया बे गुरु नानक जी जे नाम जपीए तो आ जिहड़े बड़े वड्डे वड्डे अमीर ने इन्हां दा की असर होवेगा, आ जिहड़े गरीब ने इन्हां दा की होवेगा। फिर महाराज उहदे सवालों के जवाब दे रहे हैं। महाराज कह लगे कोई इत्थे अमीर होवे कोई गरीब होवे उहदे नाल कोई फर्क नहीं पैंदा। अगे गया जाणीए विण नामे वेकार। जे नाम अमीर ने नहीं जपिया वह भी बेकार है, जे नाम गरीब ने नहीं जपिया खिमा करना वह भी जिंदगी बेकार है। जीवन सफल सिमरन नाल हुंदा है। इस वास्ते अगे गया जाणीए विण नामे बेकार। भय तेरा डर अगला, खप खप छिजै दे, नाम जिन्ना सुल्तान खान होंदे डिठे खे, नानक उठी चलिया सब कूड़े टुटे ने। भय तेरा डर अगला। वेखो ये थोड़ा जिहा सुर ते जोर दे के समझण वाली पंक्ति है। भय डर, जिहदे तो असीं डरने उहदे नेड़े नहीं ना जांदे। भय तेरा डर अगला। जे असीं रब तो डरीए, सेंस इत्थे है जे रब नूं ना सिमरीए ते फिर चिंतावां सानूं ग्रस लैंदियां ने, तौखले ग्रस लैंदे ने। मेरे रिजक दा की बनेगा, मैं खावांगा कित्थों, पीवांगा कित्थों, मेरे कल दा की बनेगा। मेरे ये तौखले तां ही व्यापदे ने जदों असीं सिमरन नहीं करते। सिमरन करिए ते तौखले नहीं व्यापदे और नाल दी नाल कारज भी रास आउण लग पैंदे ने। नाल दी नाल एक दात मिलदी है संतोख दी, बंदा थोड़े विच ही खुश हो जाता है। लिहाजा बड़ी वधिया नींद आउंदी है, उहनूं समझ आ जाती है। किसी ने जान लग्या बहुता छड्ड जाना, किसी ने जान लग्या थोड़ा छड्ड जाना। छड्ड सारियां नहीं जाना, इतनी को गल है ना जे किते समझ आ जाए तो होर की है। भय तेरा डर अगला। जेड़े तेरे तो डरदे ने, तेरे तो दूर रहिंदे ने, सिमरन नहीं करते, खप खप छिजै दे, उन्हां दी दे खप खप के छिजदी है, दुखी हुंदे ने, विलकदे ने। नाम जिन्ना सुल्तान खान, जेड़े वड्डे वड्डे सुल्तान ने, खान ने, उन्हां जमानियां च यही लोग अहलकार सन। तां महाराज उन्हां दा मैंशन करदे ने। होंदे डिठे खे नानक उठी चलिया सब कूड़े टुटे ने। ये जेड़े कूड़े ने सन संसार दे, परिवार नाल, संसार नाल, पदार्थां नाल, वो सारे टुट गए और चले जवारी दोए हथ चार इत्थों रुखसत हो गए। सो इस वास्ते पांधा जी ये जिहड़ा मैथेमैटिक्स है इहदे नाल इत्थे मान मिल जाता है, इहदे नाल 4 ठीकरियां बंदा इकट्ठियां कर लैंदा। पर ये मैथेमैटिक्स, ये गणित, ये हिसाब, ये लेखा परलोक विच काम नहीं आउंदा। मेरा मत ये है भी रोजगार चलाउण लई मनुख नूं ये मैथ भी सीखना चाहिए है और परलोक सुहेला करन लई मनुख नूं जाल मोह घस मस कर, मत कागद कर सार ते भाओ कलम कर चित लखारी, गुर पुछ लिख विचार वाला मैथ भी सिख लेना चाहिए ताकि इहदा लोक भी सुखी ते परलोक भी सुहेला हो जाए। जीरा हर के गुना गाओ, हे जिंदे हरी दी सिफत सलाह जरूर करया कर, ओदे गुण गाया कर। गावरी दुल्हनी मंगल चारा, मेरे ग्रह आए राजा राम बतारा।
फिर सुरत करके गा, नहीं तो गुरु कहेगा मन कर कबू ना हर गुण गायो, और विख्या सकत रहो निस बासुर कीनो अपनों पायो। तू तो गुरु की आवाज़ सुन के उन्होंने अमल च लिया, जदों कहंदा आवो सिख सतगुरु के प्यारिओ गावो सच्ची बाणी। सच्ची बाणी भी तो उसकी सिफत सलाह है। साध संगत जी सच्ची बाणी भी नाम ही है ना। जदों तुसी सुरत करके थोड़ा जिहा मीनिंग विच डुब के बाणी नूं पढ़दे हो गाउंदे हो, वो सिमरन हो निबड़दी है। तो शब्द के बाकी पदे भी ने, आप जी तो आग्ञा लैके खोल दिया। प्रारंभ विच भगत कबीर साहब महाराज कह रहे ने, जोन छाड़ जो जग मह आयो लागत पवन खसम बिसरायो। जिवें ही मनुख मां दे गर्भ चों उतरदा है, इनू माया दी हवा लगदी है, और माया दी हवा लगदियां सारी इनू परमात्मा भुल जांदा है। असी कई बार कोई टीनेजर जिहा बच्चा बच्ची बहक जाए तो आम टेबल टाक विच शब्द वरत लिया जाता भी इनू हवा लग गई है, इहदा दिमाग हुण खराब हो गया। और जिहदा हुंदा है ना उन्होंने नहीं पता लगता। यह भी मैं अर्ज करदे हां, ये उम्र इस तरह की हुंदी है ना भी सवारी घोड़े की करनी है तो रकाब हैगी कोई नहीं जिन्हां च पैर पसाने ने। और उम्र इस तरह की है, इन्ना कॉन्फिडेंस हुंदा है, किसी का उपदेश काट नहीं करता इस उम्र दे विच। मैं सारियां दी गल नहीं करता। जे कोई बच्चा टीनेजर बच्चा संगत विच बैठा होवे ते मैं इहनूं खुशामद ना समझना, तो इसदा मतलब भी बहुत वधिया बैकग्राउंड है इस बच्चे की जां बच्ची की। एवें नहीं बैठा जाता। इत्थे बहना मन मार के अलूणी सिल चटनी खिमा करना कोई खाला जी का घर थोड़ा। ये कोई ना कोई अच्छे संस्कार, माता पिता अच्छा होंदा है, कोई पिछले संस्कार अच्छे होंदे ने तां जाके बात बंद, अदरवाइज नहीं बनती है मेरा मनना। पर आम तौर पर अमूमन मैं भी बच्चों वाला वां, और ईवन मैं आप भी इस पीरियड विचों लंघिया वां। मैं सीधा ही बुढ़ा नहीं गा हो गया, दिमाग खराब इत्थे करके हो जाते हैं। हवा लग गई इनू। हुण कबीर साहब महाराज कहते हैं जिवें ही माया की हवा लगती है ना, फिर कहता साबित करो रब है कि नहीं, मैनू विखाओ। मैं जिहड़ी चीज़ नूं वेखां ना उन्ना चिर नहीं मैं मनदा। तो मैं एक दिन इस तरह का एक नौजवान कहता जी भी बलीव की गल है, मैं इहो जिहियां गल्लां ते मोढे जाइदा करके ना मैं नहीं बलीव करता। मैं कहा भी क्यों नहीं करता? कहते भी जिन्हों कभी मिलिया नहीं वेख्या नहीं सो मैं किवें बलीव करा। तो मैं कहा भी आ जिहड़ा तुसीं ग्रैविटी कहंदे हो ये की हुंदी है? बाबा जी वो ग्रैविटी हुंदी है कोई चीज़ उत्तों डिगे ना तो धरती उन्होंने खिंचदी अपने हल। तो मैं कहा भी ये कभी वेखी है? नहीं बाबा जी वो दिसदी नहीं गी पर वो अपना काम करदी है। हद हो गई, ग्रैविटी नहीं दिसदी काम करदी। तू मानना है तो रब नूं तू कहना दिसे तो मैं तां वो भी तो अपना काम कर रहा है ना, उन्होंने भी मान लै। ग्रैविटी तेनू दिसदी नहीं तू मनना है, तो रब तेनू दिसदा नहीं तो तू उन्होंने भी मान लै, वो भी अपना काम कर रहा है। गुरुत्वाकर्षण शक्ति किहड़ी दिसदी है? किसी को दर्द हो रही होवे महसूस हुंदी है, नज़र तो नहीं ना आउंदी। दर्द महसूस हुंदी है, दर्द नज़र नहीं आउंदी। रब नूं महसूस, खुशबू नज़र आउंदी है? कोई परफ्यूम ला के आ जाए तो नज़र आउंदा परफ्यूम, पर नासका तक सुगंधी पहुँचदी, नक महसूस करदा, वो सुरत नूं रिपोर्ट देंदा भी ये बंदा बड़ा वधिया परफ्यूम ला के आया, तो असीं मन लैंदे आ। तो परफ्यूम की खुशबू नूं मान लैंदे आ, ग्रैविटी नूं मान लैंदे आ, दर्द नूं मान लैंदे आ, दवाई रब दी। रब नूं क्यों नहीं मानदे? है तो सही लख है जो कोई। दुध विचों मक्खण वेखना है तो प्यारिया मेहनत भी करनी पैगी, उड़ीक भी करनी पैगी, दिस पैगा। रब नूं वेखना, मेहनत कर और उड़ीक कर, वो भी तेनों दिस पैगा। और तू कहेगा दोए दोए लोचन पेखा हो हर बिन और ना देखा, किनू वेखना? इन्हां विचों तेनों रब दिस पैना है। तेरियां अखां तो नफरत की पट्टी हट जानी है और तेनों समझ आ जानी भी सारे रब ही तुरे फिरदे ने। एक निर्गुण है, ये सारे उहदा सरगुण स्वरूप ने। और मूँह चों पंक्ति निकल जाएगी, निर्गुण आप सरगुण भी ओही, कला तार जिन सगली मोही। जीरा हर के गुणा गाओ।
184 जोन भ्रम आयो अब के छुटके, क्षमा करना, जोन छाड़ जो जग में आयो लागत पवन खसम बिसरायो। जां तिस भाणा ता जम्मिया परिवार भला पाया, लिव छुटकी लगी तृष्णा माया अमर वरताया। अमर मैंने हुक्म, माया दा हुक्म वरत गया, हुण भुला दिता इन्हें सब कुछ। हुण माया आण के वलेट लिया, पहला दुध का रूप बन के, फिर माँ प्यो का रूप बन के, माँ चुके तो खुश हुंदा है, प्यो चुके कोई दूजा गैर चुके तो रोन लग पैंदा है, फिर भरा भरजाई, फिर खिडौने, फिर खाण पीण दीयां चीज़ां, फिर वकार, फिर जोड़न का चस्का, फिर इस तरह स्टेजेज बदलदियां जांदियां। पहले प्यार लगा थण दुध, दूजे माए बाप की सुध, तीजे भैया भाभी बेब, चौथे प्यार उपन्नी खेड़, पंजवें खाण पीण की तात, छेवें काम ना पूछे जात, सतवें संज किया करवास, अठवें क्रोध हुआ ता नास, नौवें तौले उबे सा, 10वें दद्दा हुआ स्वा, गए संगीत पुकारी ता, उड्या हंस दसाए रा, आया गया मोया नाम, पिछे पत्तल सद्यो काम, नानक मनमुख अंध प्यार, बाज गुरु डुबा संसार। तो शब्द का दूसरा पद है 184 जोन भ्रम आयो अब के छुटके, गर्भ जोन में उर्द तप करता तो जठर अगन में रहता। जदों तू मां दे गर्भ विच उल्टा लटकिया होया सै, तू नाम जपदा सै। रे नर गर्भ कुंडल जब आछत, उर्द ध्यान लिव लागा, मृतक पिंड पद मद ना, ऐनस एक अज्ञान सो नागा, ते दिन संभल कष्ट महा दुख, अब चित अधक पसारिया, गर्भ छोड़ मृत मंडल आया, तो नर हर मनो बसारिया, फिर पछतावेगा मूड़िया, तू कवन कुमत भ्रम लागा, चेत राम नाही जमपुर जाएगा, जन बिचरे अनुराधा। रे नर हे मनुख, गर्भ मां दे गर्भ विच कुंडल, जदों कुंडल नुमा तू लटकिया सै, उर्द ध्यान लिव लागा, मुख तलै पैर ऊपरै, वसंदड़ो ओथड़े थाए, उथे तू जपदा सै और कहता है हे वागुरू मैनू नरक चो कढ, मैं श्वास श्वास तेरा नाम जपांगा। पर जिवें हवा लगी तू सारे कमिटमेंट्स भुल गया, फिर तू ऐसा मेले विच उलझिया भी फिर रब बिल्कुल ही वसार ही दिता। उर्द ध्यान लिव लागा, मृतक पिंड, इनू मृतक पिंड कहते हैं, जिहड़ी धरती इनू मात लोक भी कहते हैं, भाव जिथे पक्का वसेबा नहीं, जिथों एक बार जाना पैंदा है। मृतक पिंड पद मद ना, अहनिस एक अज्ञान सो नागा, बेमर्याद आया कल पीतर। असी बिना वस्त्रां तो आउने ना, इसलिए बाणीकारां ने इनू बेमर्याद लिखिया, ना मर्याद लिखिया। मर्यादा विच नहीं बंदा आउंदा, नंगा आउंदा है, नांगे आवन नांगे जाना, बौर जासी नांगा। तो उर्द ध्यान लिव लागा, मृतक पिंड पद मद ना, ऐनस एक अज्ञान सो नागा। हुण पता की कहंदे, कहंदे ते दिन संभल, मां दे गर्भ वाले दिन चेता कर, कष्ट बड़ा कष्ट सी, महा दुख बहुत भारी दुखी सै तू, अब चित अधक पसारिया। और हुण जिवें संसार च आया तेरी तृष्णा होर छड़प्पे मारदी जांदी, होर वधदी जांदी, और तृष्णा की पूर्ति लई सारी जिंदगी बशर हो जाती। अब चित अधक पसारिया, गर्भ छोड़ मृत मंडल आया, तो नर हर मनो बसारिया, फिर पछतावेगा मूड़िया, तू कवन कुमत भ्रम लागा। फिर पछताना पेगा मूर्खा, तू केड़ी भैड़ी मत पिछे लग गया। चेत राम वागरू वागरू जप, नाही जमपुर जाएगा, जन बिचरै अनुराधा। जन तेनू ठोक वजा के कह रहा है भी इनू वहम ना समझना, फिर जमा दे वस पैना पेगा, नहीं तो जप लै। अब ना भजस भजस का भाई, आवे अंत ना भजया जाई। इस वास्ते गर्भ जोन में उर्द तप करता, तो जठर अगन में रहता। सासंग ये जिहड़ी साडे पेट दे अंदर अग्नि है, जिहड़ी भोजन नू पकांदी है, इनू जठर अग्नि कहंदे ने। समा हो गया है, मेरा विशा भी नहीं। सूरज की टिक्की जदों निकलती है, मौसम अनुसार अगे पिछे हो सकती है। सूरज उगण तो लैके 1.5 ਜਾਂ 2 घंटे तक साडी जठराग्नि जिहड़ी है पूरी तरह एक्टिव हुंदी है। जे उस पीरियड विच भोजन किया जाए तो वह जल्दी तो चंगी तरह पच सकता है। ये साडे देश की हिकमत कहती है।
ਇਹ ਕੰਮ ਬਾਅਦ ਵਿੱਚ ਵੀ ਕਰਦੀ ਹੈ, ਪਰ ਉਦੋਂ ਜ਼ਿਆਦਾ ਕਰਦੀ ਹੈ। ਇੱਕ ਹੋਰ ਬੇਨਤੀ ਕਰਦੇ ਹਾਂ, ਅੱਗ ਬਾਲ ਕੇ ਚੁੱਲ੍ਹ ਵਿੱਚ ਲੱਕੜਾਂ ਦੀ ਜਦੋਂ ਅੱਗ ਬਲ ਜਾਏ ਤੇ 2 ਗਲਾਸ ਪਾਣੀ ਦੇ ਡੋਲ ਦਈਏ ਚੁੱਲ੍ਹ ਦੇ ਵਿੱਚ, ਫਿਰ ਉਹ ਬੁੱਝ ਜਾਂਦੀ ਹੈ। ਜਦੋਂ ਭੋਜਨ ਦੇ ਨਾਲ ਅਸੀਂ 2 ਗਲਾਸ ਪਾਣੀ ਪੀ ਲੈਂਦੇ ਹਾਂ ਤੇ ਜਠਰਾਗਨੀ ਸ਼ਾਂਤ ਹੋ ਜਾਂਦੀ ਹੈ ਔਰ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਲਈ ਘੱਟ ਤੋਂ ਘੱਟ 1 ਘੰਟਾ 2 ਘੰਟੇ ਭੋਜਨ ਛਕਣ ਤੋਂ ਬਾਅਦ ਪਾਣੀ ਪੀਤਾ ਜਾਏ ਤੇ ਭੋਜਨ ਬਿਲਕੁਲ ਡਸਟ ਬਣ ਜਾਂਦਾ ਹੈ, ਜਿਵੇਂ ਸੁੱਕੀਆਂ ਲੱਕੜਾਂ ਸੜ ਕੇ ਰਾਖ ਹੋ ਜਾਂਦੀਆਂ ਨੇ। ਤੋ ਖੈਰ, ਜਠਰ ਅਗਨੀ ਜਿੱਥੇ ਹੁੰਦੀ ਏ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ, ਤਾਰਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾਂ ਊਹਾਂ ਤੁਹਾਰਾ ਤੁਹਾਰੋ ਤੋਰਾ। ਤੋ ਇਸ ਤਰ੍ਹਾਂ ਉਹ ਜਠਰ ਅਗਨੀ ਜਿੱਥੇ ਮਾਂ ਦੇ ਗਰਭ 'ਚ ਸਾਨੂੰ ਉਹ ਸੜਨ ਨਹੀਂ ਦਿੰਦਾ, ਉਹ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਤੋਂ ਵੀ ਤੈਨੂੰ ਉਹ ਸੜਨ ਤੋਂ ਬਚਾਏਗਾ, ਪਰ ਤੂੰ ਉਹਦਾ ਨਾਮ ਜਪ। ਜੇ ਨਹੀਂ ਜਪੇਗਾ ਫਿਰ ਸੁਰ ਨਰ ਦਾਦੇ ਲਾਗੀ ਆਗ, ਸੁਰ ਦੇਵਤੇ ਨਰ ਮਨੁੱਖ ਦਾਦੇ ਸਾੜ ਦਿੱਤੇ ਤ੍ਰਿਸ਼ਨਾ ਨੇ, ਅੱਗ ਲੱਗੀ ਹੋਈ ਹੈ। ਨਿਕਟ ਨੀਰ ਪਸ ਪੀਵਸ ਨਾ ਚਾਗ, ਅੰਦਰ ਹੀ ਅੰਮ੍ਰਿਤ ਕੁੰਡ ਹੈ ਨਾਮ ਵਾਲਾ, ਪਰ ਇਹ ਪਸ਼ੂ ਉੱਥੋਂ ਬਾਲਟੀਆਂ ਭਰ ਭਰ ਕੇ ਤ੍ਰਿਸ਼ਨਾ ਦੀ ਅੱਗ ਦੇ ਉੱਤੇ ਡੋਲਦਾ ਹੀ ਨਹੀਂ, ਉਹ ਬੁੱਝੇ ਕਿਵੇਂ? ਨਿਕਟ ਨੀਰ ਪਸ ਪੀਵਸ ਨਾ ਚਾਗ, ਕਿਵੇਂ ਨਿਕਲਦਾ ਹੈ ਜੀ? ਕਹਿਣ ਲੱਗੇ ਚੇਤਤ ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਉਹਨੂੰ ਚੇਤਾ ਕਰਦਿਆਂ ਕਰਦਿਆਂ ਫੁਹਾਰਾ ਫੁੱਟ ਪੈਂਦਾ, ਤ੍ਰਿਸ਼ਨਾ ਬੁੱਝ ਜਾਂਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਔਰ ਪ੍ਰਭ ਸਿਉ ਲਾਗੇ ਪੂਰਨ ਧਿਆਨ। ਚਲੋ ਸਮਾਪਤੀ ਕਰੀਏ ਜੀ। ਅਖੀਰ ਵਿੱਚ ਕਹਿੰਦੇ ਨੇ, 184 ਜੋਨ ਭ੍ਰਮ ਆਇਓ, ਅਬ ਕੇ ਛੁੱਟ ਕੇ ਠੌਰ ਨਾ ਠਾਇਓ। ਅਵੇਅਰ ਕਰਦੇ ਨੇ 84 ਲੱਖ ਜੂਨਾਂ 'ਚ ਭਟਕ ਕੇ ਮਨੁੱਖਾ ਜਨਮ ਮਿਲਿਆ, ਆਰਾਮ ਨਾਲ ਨਹੀਂ ਮਿਲਿਆ, ਵਾਰੀ ਹੈ। ਜੇ ਇਹ ਵੀ ਮੌਕਾ ਹੱਥੋਂ ਨਿਕਲ ਗਿਆ ਤੇ ਫਿਰ ਤੈਨੂੰ ਕੋਈ ਥਾਂ ਨਹੀਂ ਮਿਲਣਾ, ਫਿਰ ਪੂਰਾ ਇਹ ਚੱਕਰ ਦੁਬਾਰਾ ਤੈਨੂੰ ਲਗਾਉਣਾ ਪੈਣਾ ਹੈ। ਇਹ ਹਜ਼ੂਰ ਬਖਸ਼ਿਸ਼ ਕਰ ਰਿਹਾ, ਸਾਨੂੰ ਅਵੇਅਰ ਕਰ ਰਹੇ ਨੇ। ਕਹੋ ਕਬੀਰ ਭਜ ਸਾਰੰਗ ਪਾਣੀ, ਆਵਤ ਦਿਸੈ ਜਾਤ ਨਾ ਜਾਣੀ। ਉਸ ਪਰਮਾਤਮਾ ਨੂੰ ਜਪ ਜਿਹੜਾ ਨਾ ਆਉਂਦਾ ਦਿਸਦਾ ਨਾ ਜਾਂਦਾ ਦਿਸਦਾ, ਭਾਵ ਜਿਹੜਾ ਨਾ ਜਨਮ ਲੈਂਦਾ ਔਰ ਨਾ ਜਿਹਦੀ ਮੌਤ ਹੈ। ਸੋ ਗੁਰ ਕਰੋ ਜੇ ਬੌਰ ਨਾ ਕਰਨਾ, ਸੋ ਪਦ ਰਵੋ ਜੇ ਬੌਰ ਨਾ ਰਵਣਾ, ਐਸੇ ਮਰੋ ਜੇ ਬੌਰ ਨਾ ਮਰਨਾ, ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਜਲ ਮੈਂ ਨਾਵੋ। ਲੋਚਾਂ ਸੰਸਰ ਇਹ ਵਿਵਹਾਰਾ, ਤਤ ਵਿਚਾਰ ਕਿਆ ਕਰੋ ਵਿਚਾਰਾ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ। ਸੋ ਉਸ ਪ੍ਰਮਾਤਮਾ ਨੂੰ ਭਜ ਜਪ ਜਿਹੜਾ ਨਾ ਜੰਮਦਾ ਨਾ ਮਰਦਾ। ਸਤਿਗੁਰ ਮੇਰਾ ਸਦਾ ਸਦਾ ਭਾਈ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰੇ ਆਸਮਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਸਾਧ ਸੰਗਤ, ਬਹੁਤ ਜ਼ਰੂਰੀ ਬੇਨਤੀ, ਅੱਜ ਸ਼ਨੀਵਾਰ ਹੈ ਔਰ ਇਸ ਅਸਥਾਨ 'ਤੇ ਹਫ਼ਤਾਵਾਰੀ ਦੀਵਾਨਾਂ ਦਾ ਅੱਜ ਸਮਾਂ ਹੈ। ਸੋ ਸੋਦਰ ਰਹਿਰਾ ਸਾਹਿਬ ਦੇ ਪਾਠ ਤੋਂ ਇਹ ਵਿਸ਼ੇਸ਼ ਗੁਰਮਤਿ ਸਮਾਗਮ ਸ਼ੁਰੂ ਹੋ ਜਾਣਗੇ, ਜਿਹਦੇ ਵਿੱਚ ਬਹੁਤ ਹੀ ਉੱਚ ਕੋਟੀ ਦੇ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ, ਕੀਰਤਨ, ਇਤਿਹਾਸ, ਵਿਚਾਰਾਂ ਰਾਹੀਂ ਨਿਹਾਲ ਕਰਦੇ ਨੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਭਾਈ ਆਪ ਵੀ ਆਵੋ, ਪਰਿਵਾਰਾਂ ਨੂੰ ਵੀ ਨਾਲ ਲਿਆਓ, ਔਰ ਇਸੇ ਪ੍ਰਕਾਰ ਆਂਢ ਗੁਆਂਢ ਨੂੰ ਵੀ ਪ੍ਰੇਰ ਕੇ ਇਹਨਾਂ ਸਮਾਗਮਾਂ ਦੇ ਵਿੱਚ ਲਿਆਓ ਔਰ ਕੀਰਤਨ ਕਥਾ ਦਾ ਆਨੰਦ ਲਵੋ। ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਣਗੇ। ਭਾਈਓ, ਗੁਰੂ ਕੇ ਲੰਗਰ ਇੱਥੇ ਹੀ ਪਰਿਵਾਰਾਂ ਸਮੇਤ ਛਕੋ ਤਾਂ ਕਿ ਘਰ ਜਾ ਕੇ ਖੇਚਲ